देखन की आस प्यारी, तेरे देखन की आस, तेरे देखन की आस प्यारी, तेरे देखन की आस। गुरु की साजी ते बाजी हुई गुरु रूप गुरु खालसा साध संगत जी, आप जी अज सवेर और परसों रोज तो जहरा जरूर हाजरा हजूर सर्व कलां भरपूर बाणी दे बोहर चबरा छतरा तख्तां दे मालिक प्रताप सतगुरु धन धन साहिब श्री गुरु ग्रंथ साहिब सच्चे पातशाह महाराज जी दी पावन और पवित्र हजूरी दे विच पहुंच करके हाजरियां लवा रहे हो। आप सारिਆਂ ਨੂੰ पता ही है कि जो परसों रोज तो श्री अखंड पाठ साहब प्रारंभ करवाया, सो बाबा विश्वकर्मा जी के अवतार दिहाड़े मुख रखते हुए श्री अखंड पाठ साहब प्रारंभ करवाए। आओ गुरु प्यार वाले जितना भी समा पाने भोग तो उपरंत सतगुरु जी की पावन हजूरी के विच लाउणा है। अपनी मनोचित विरतियां नूं एकाग्र करदे होए अपने मोबाइल स्विच ऑफ करके चुप दा दान बख्श के आपां ने हाजरी भरनी है। सर्व विचारण तो पहला मैं अदो सहत सत्कार सहत आप जी गुरु फतेह अर्ज कर लग्या। प्रवान गुरु की रसना वांझी ना रवे, खाली ना रवे, सारे एको बार गज के आखो जी वाहिगुरू जी का खालसा वाहिगुरू जी की फतेह। अकाल पुरख वाहिगुरू परमात्मा जी ने जिस वेले सृष्टि की रचना की है, भावें वख-वख धर्मां दे वख-वख विचार है। हिंदू धर्म का अपना विचार है, ईसाई मत का अपना विचार है, इस्लाम धर्म अपने विचार अनुसार दसदा है। जदों सिख धर्म की गल असीं वेखदे हां ते सिख धर्म के अपने विचार है। ये सारे ही विचार है जिहड़े सलाउण योग है, सन्मान योग है। गुरु नानक सच्चे पातशाह महाराज जी ने संसार के रचन की गल की। जदों सिद्धा ने गुरु नानक साहब जी नूं सवेर पर्वत के उपर सवाल किए, हे बालक, हे गुरु नानक सच्चे पातशाह दसो सृष्टि की रचना कदों हुई है, सृष्टि रची कदों जाई गई है। परस्पर विचार हुए ना। सिद्ध कहने लगे सतगुरु सच्चे पातशाह सानू कोई पता नहीं है। गुरु नानक साहब जी उल्टा कहने लगे महाराज तुसी दस दिओ फिर सृष्टि कदों रची है। कहने लगे सृष्टि की जिहड़ी रचना है
ਇਹ ਤਾਂ ਰਚਨ ਵਾਲੇ ਨੂੰ ਪਤਾ ਹੈ। ਅਸਲ ਦੇ ਵਿੱਚ ਕੋਈ ਸਹੀ ਮੈਨੇ ਨਹੀਂ ਦੱਸ ਦਿੰਦਾ। ਕੋਈ ਕਹਿੰਦਾ ਵੀ ਜਦੋਂ ਸੰਸਾਰ ਦੀ ਰਚਨਾ ਹੋਈ ਹੈ, ਅਰਬਦ ਨਰਬਦ ਧੰਦੂਕਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪਵਿੱਤਰ ਵਚਨ ਹੁੰਦੇ ਆ। ਅਰਬਦ ਨਰਬਦ ਧੰਦੂਕਾਰਾ, ਇੱਥੇ ਕੁਛ ਨਹੀਂ ਸੀ, ਧੁੰਦੇ ਧੁੰਦ ਸੀ, ਕੁਝ ਵੀ ਨਹੀਂ ਸੀ। ਜਦੋਂ ਸ੍ਰਿਸ਼ਟੀ ਦੀ ਰਚਨਾ ਰਚੀ ਗਈ, ਕੋਈ ਕਹਿੰਦਾ ਵੀ ਜਦੋਂ ਗੈਸ ਦਾ ਗੋਲਾ ਫੁੱਟਿਆ ਤੇ ਉਸ ਵੇਲੇ ਕੌਮ ਦੀ ਇੱਥੇ ਆਵਾਜ਼ ਹੋਈ, ਕੋਈ ਕੁਝ ਤੇ ਕੋਈ ਕੁਝ ਕਹਿੰਦਾ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹਦੀ ਸ੍ਰਿਸ਼ਟੀ ਰਚੀ ਹੈ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ, ਸ੍ਰਿਸ਼ਟੀ ਕੋ ਸਾਡੇ ਆਪੇ ਜਾਣੈ ਸੋਈ। ਉਹ ਆਪ ਹੀ ਜਾਣਦਾ ਜਦੋਂ ਕਦੋਂ ਇਹ ਸ੍ਰਿਸ਼ਟੀ ਦੀ ਰਚਨਾ ਰਚੀ ਹੈ। ਸ੍ਰਿਸ਼ਟੀ ਨੂੰ ਰਚਣ ਵਾਲਾ ਪਰਮੇਸ਼ਰ ਵਾਹਿਗੁਰੂ ਜਾਣਦਾ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਨਾਤਨ ਮਤ ਦੀ ਗੱਲ ਹੁੰਦੀ ਹੈ, ਹਿੰਦੂ ਧਰਮ ਦੀ ਗੱਲ ਹੁੰਦੀ ਹੈ। ਕਹਿੰਦੇ ਨੇ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਰਚੀ, ਉਸ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਨੇ ਇੱਕ ਕਮਲ ਦਾ ਫੁੱਲ ਤੇ ਕਮਲ ਦੀ ਨਾਭੀ ਤਿਆਰ ਕੀਤੀ ਪਾਣੀ ਦੇ ਵਿੱਚ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਪਾਣੀ ਬਣਾਇਆ ਤੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਆਇਆ। ਕਮਲ ਦੀ ਨਾਭੀ ਤੋਂ ਬ੍ਰਹਮਾ ਜੀ ਦਾ ਸੰਸਾਰ ਦੇ ਵਿੱਚ ਆਉਣਾ ਹੋਇਆ। ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਾਣੀ ਦਾ ਫੈਸਲਾ ਹੈ। ਕਹਿੰਦੇ ਨੇ ਕਮਲ ਦੀ ਨਾਭੀ ਤੋਂ ਜਿਸ ਵੇਲੇ ਬ੍ਰਹਮਾ ਜੀ ਸੰਸਾਰ ਦੇ ਵਿੱਚ ਆਏ, ਇੱਥੇ ਹੋਰ ਕੁਝ ਵੀ ਨਹੀਂ ਸੀ। ਇੱਥੇ ਸਾਰੇ ਪਾਸੇ ਉਹਨੂੰ ਪਾਣੀ ਪਾਣੀ ਦਿਸ ਰਿਹਾ ਹੈ। ਜਿਸ ਵੇਲੇ ਪਾਣੀ ਪਾਣੀ ਦੇਖ ਰਿਹਾ ਤੇ ਉਹ ਦੇਖ ਕੇ ਹੈਰਾਨ ਹੈ ਕਿ ਚਾਰੇ ਪਾਸੇ ਪਾਣੀ ਹੈ, ਮੈਂ ਹੀ ਹੈ, ਇੱਥੇ ਕੋਈ ਹੋਰ ਹੈ ਹੀ ਨਹੀਂ। ਫਿਰ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਹਉਮੈ ਆਈ, ਹੰਕਾਰ ਆਇਆ ਕਿ ਮੇਰੇ ਤੋਂ ਬਗੈਰ ਤੇ ਇੱਥੇ ਕੋਈ ਹੈ ਹੀ ਨਹੀਂ। ਤੇ ਉਹਨੂੰ ਆਵਾਜ਼ ਆਈ, ਕਹਿਣ ਲੱਗੇ ਬ੍ਰਹਮਾ ਜੀ ਐਸੀ ਗੱਲ ਨਹੀਂ, ਨਾਭ ਕਮਲ ਤੇ ਬ੍ਰਹਮਾ ਪੁਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਵੇਦਾਂ ਨੂੰ ਉਸਨੇ ਆਪਣੇ ਮਖਾਰ ਬਿੰਦ ਦੇ ਵਿੱਚੋਂ ਉਚਾਰਨ ਕੀਤਾ। ਕਈ ਇਤਿਹਾਸਕਾਰ ਇਹ ਦੱਸਦੇ ਆ ਵੀ ਬ੍ਰਹਮਾ ਜੀ ਦੀ ਰਚਨਾ ਹੈ, ਪਰ ਜਦੋਂ ਵਿਦਵਾਨਾਂ ਦੀ ਵਿਚਾਰ ਦੇਖਾਂਗੇ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦੇਖਾਂਗੇ, ਸਤਿਗੁਰੂ ਜੀ ਕੀ ਕਹਿੰਦੇ ਨੇ, ਕਿਉਂਕਿ 5 ਸਦੀਆਂ ਦਾ ਸੱਚ ਹੈ ਔਰ ਆਦਿ ਕਾਲ ਤੋਂ ਲੈ ਕੇ ਸੱਚ ਗੁਰਬਾਣੀ ਹੈ। ਚਾਰੇ ਵੇਦ ਬ੍ਰਹਮੇ ਕੋ ਦੀਏ। ਕਹਿੰਦੇ ਨੇ 4 ਵੇਦ ਪਰਮੇਸ਼ਰ ਵਾਹਿਗੁਰੂ ਜੀ ਨੇ ਅਸਲ ਦੇ ਵਿੱਚ ਬ੍ਰਹਮਾ ਜੀ ਨੂੰ ਦਿੱਤੇ। ਬਾਣੀ ਕਿੱਥੋਂ ਆਈ ਹੈ ਜੀ? ਧੁਰਦਰਗਾਹੀ ਬਾਣੀ ਹੈ, ਅਕਾਲੀ ਬਾਣੀ ਹੈ। ਇਹ ਵੇਦ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ। ਪਰ ਹਉਮੈ ਆ ਗਈ, ਹੰਕਾਰ ਆ ਗਿਆ, ਕਹਿਣ ਲੱਗਿਆ, ਆਵਾਜ਼ ਆਈ ਤੇਰੀ ਨਾਭੀ ਤੋਂ ਜਨਮ ਹੋਇਆ। ਲੱਤ ਮਾਰੀ, ਕਹਿੰਦੇ ਉਸਨੇ ਹਉਮੈ ਦੇ ਵਿੱਚ ਆ ਕਰਕੇ ਕਹਿਣ ਲੱਗੀ ਛੋਟੀ ਜਿਹੀ ਇੱਕ ਨਾਭੀ ਹੈ, ਭਾਵ ਉਹ ਟਾਣੀ ਸੀ ਉੱਪਰ ਨੂੰ, ਇਹਦੇ ਤੋਂ ਮੇਰਾ ਜਨਮ ਕਿਵੇਂ ਹੋ ਸਕਦਾ ਹੈ? ਦੇਖੋ ਜੀ, ਹਿੰਦੂ ਮਤ ਦੀ ਵਿਚਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਰਸਾਈ ਹੋਈ ਹੈ। ਲੱਤ ਮਾਰੀ ਤੋਂ 36 ਯੁੱਗ ਕੀਓ ਗੁਬਾਰਾ, ਕਹਿੰਦੇ 36 ਯੁੱਗ ਉਹਦੇ ਵਿੱਚ ਘੁੰਮਦੇ ਗਏ। ਉਹਨੂੰ ਕੋਈ ਅੰਤ ਨਾ ਲੱਭਿਆ। ਜਿਸ ਵੇਲੇ ਨਾ ਅੰਤ ਲੱਭਿਆ ਤੇ ਫਿਰ ਅਖੀਰ ਤੇ ਕਹਿੰਦੇ ਨੇ ਉਹਨੇ ਅਰਦਾਸ ਕੀਤੀ, ਬੇਨਤੀ ਕੀਤੀ, ਐਸੀ ਘੁੰਮਣ ਘੇਰੀ ਦੇ ਵਿੱਚ ਪਿਆ। ਫਿਰ ਕਹਿੰਦੇ ਉਹਨੇ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਕੀਤੀ ਤਾਂ ਉਹ ਬਾਹਰ ਆਇਆ। ਤੇ ਰਚਣ ਵਾਲੇ ਨੇ ਪਰਮੇਸ਼ਰ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਰਚ ਕੇ
ਫਿਰ ਕਹਿੰਦੇ ਨੇ ਵੱਖ-ਵੱਖ ਡਿਊਟੀਆਂ ਲਾਈਆਂ, ਵੱਖ-ਵੱਖ ਡਿਊਟੀਆਂ ਲਾ ਦੇਣਾ ਕੀਤੀਆਂ ਸੰਸਾਰ ਨੂੰ ਚਲਾਉਣ ਵਾਸਤੇ। ਹੁਕਮ ਪਰਮੇਸ਼ਰ ਦਾ ਹੀ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ। ਹੁਕਮ ਦਾਤੇ ਦਾ ਹੀ ਹੈ, ਪਰ ਅੱਗੇ ਡਿਊਟੀਆਂ ਲਾਈਆਂ। ਜਿਵੇਂ ਆਪਾਂ ਘਰਾਂ ਦੇ ਵਿੱਚ ਕੰਮ ਕਰਦੇ ਆ, ਵੱਖ-ਵੱਖ ਡਿਊਟੀਆਂ, ਸਕੂਲਾਂ ਦੇ ਵਿੱਚ ਡਿਊਟੀਆਂ ਨੇ। ਹੁਕਮ ਸਾਰਿਆਂ ਵਿੱਚ ਪਰਮੇਸ਼ਰ ਦਾ ਚੱਲਦਾ ਹੈ। ਪਰਮੇਸ਼ਰ ਨੇ ਹੀ ਆਪਣੇ ਨਿਰਗੁਣ ਤੋਂ ਸਰਗੁਣ ਸਰੂਪ ਤੇ ਸਰਗੁਣ ਤੋਂ ਅੱਗੇ ਸਾਰੀ ਇਹ ਮਾਇਆ ਰਚਨਾ ਕੀਤੀ ਹੈ। ਵੇਖੋ ਆਸਾ ਜੀ ਦੀ ਵਾਰ ਪੜ੍ਹਦੇ ਆ, ਕਹਿੰਦੇ ਨੇ ਪਹਿਲਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਬਣਾਇਆ ਸਹਿਜਪਨ, ਸੁਦੇ ਪ੍ਰਕਾਸ਼ ਆਪਣੇ ਆਪ ਤੋਂ, ਨਾ ਤਤ ਹੈ, ਨਾ ਮਤ ਹੈ, ਨਾ ਜਪ ਹੈ, ਨਾ ਪਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ। ਫਿਰ ਕਹਿੰਦੇ ਨੇ ਦੂਜੀ ਮਾਇਆ ਰਚੀ ਪਰਮੇਸ਼ਰ ਦੀ ਨੇ। ਆ ਜਿਹੜੀ ਦੇਖ ਰਹੇ ਆ ਸੰਸਾਰ ਦੇ ਵਿੱਚ ਸਾਰੀ ਮਾਇਆ ਹੀ ਹੈ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਏਕਾ ਮਾਇਆ ਰਚ ਕਰਕੇ ਨਾ ਪਰਮੇਸ਼ਰ ਵਾਹਿਗੁਰੂ ਜੀ ਨੇ, ਮਾਇਆ ਤੋਂ ਮੁਰਾਦ ਹੈ ਜੀ ਕੁਦਰਤ। ਜੋ ਆਪਾਂ ਕੁਦਰਤ ਦੇਖ ਰਹੇ ਆ, ਇਹਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਜੀ ਨੇ ਤਿੰਨ ਦੇਵਤੇ ਰਚ ਦੇਣਾ ਕੀਤੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਆ, ਆਪ ਜੀ ਸਰਵਣ ਕਰਦੇ ਹੋ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਰਚਨ ਵਾਲਾ, ਇੱਕ ਭੰਡਾਰੀ ਵਿਸ਼ਨੂੰ ਜੀ, ਇੱਕ ਲਾਏ ਦੀਵਾਨ। ਇਹ ਪਾਠ ਦੀਵਾਨ ਦੀਵਾਨ ਵੱਖ-ਵੱਖ ਸੰਬੰਧਿਤ ਕਰਨਾ ਹੈ। ਦੀਵਾਨ ਦਾ ਅਰਥ ਹੁੰਦਾ ਲਹਿਤਾ ਕਰਨ ਵਾਲਾ, ਜਿਹਦੇ ਬਾਣ ਬਚਨ ਦੇ ਨਾਲ ਸ੍ਰਿਸ਼ਟੀ, ਜਿਹੜੀ ਸ੍ਰਿਸ਼ਟੀ ਦੇ ਵਿੱਚ ਜੀਵ ਜਾਂਦੇ ਨੇ, ਖਤਮ ਹੁੰਦੇ ਨੇ। ਦੀਵਾਨ, ਬਾਣ ਦਾ ਅਰਥ ਨਿਸ਼ਾਨਾ ਲਾਉਣਾ, ਤੀਰ ਵੀ ਹੁੰਦਾ ਹੈ। ਬਾਣ ਦਾ ਅਰਥ ਵਜਰ ਵੀ ਹੁੰਦਾ ਹੈ। ਕਹਿੰਦੇ ਨੇ ਇੱਕ ਲਾਏ ਦੀਵਾਨ, ਸ੍ਰਿਸ਼ਟੀ ਦੀ ਰਚਨਾ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੇ ਇਹਨਾਂ ਦੀ ਡਿਊਟੀ ਲਾ ਦੇਣਾ ਕੀਤੀ ਕਿ ਇੱਕ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕਰ ਦਿੱਤੇ, ਇੱਕ ਰੋਜੀ ਭੁਗਤਾ ਰਹੇ, ਖਾਣ ਵਾਸਤੇ ਦੇ ਰਹੇ, ਦੂਸਰਾ ਉਹਨਾਂ ਦੀ ਲੈਤਾ ਕਰ ਰਹੇ। ਖਾਣ ਵਾਸਤੇ ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਦਿੱਤਾ ਹੈ, ਕਿਉਂਕਿ ਪਹਿਲੋਂ ਦੇਤਾ ਹੈ ਰਿਜਕ ਸਮਾਹਾ, ਪਿੱਛੋਂ ਦੇਤਾ ਹੈ ਜੰਤ ਉਪਾਹਾ। ਪਹਿਲਾ ਰਿਜਕ ਤੇ ਫਿਰ ਜੰਤ, ਜੀਵ ਸੰਸਾਰ ਦੇ ਵਿੱਚ ਆਏ ਨੇ। ਪਰ ਰਿਜਕ ਨੂੰ ਪ੍ਰਾਪਤ ਕਰਨ ਵਾਸਤੇ ਵੀ ਮੇਰੇ ਸਤਿਗੁਰੂ ਜੀ ਨੇ ਹੱਥ ਦਿੱਤੇ ਨੇ। ਹੱਥ ਦਿੱਤੇ ਨੇ ਵੀ ਕੋਈ ਨਾ ਕੋਈ ਕਾਰ ਕਰਨੀ ਹੈ, ਕੰਮ ਕਰਨਾ ਹੈ। ਤੇ ਕੰਮ ਸਿੱਖਣ ਵਾਸਤੇ ਵੀ ਸਾਨੂੰ ਕਿਸੇ ਕੋਲੋਂ ਸਿੱਖਣਾ ਪੈਂਦਾ ਹੈ। ਖਾਣ ਵਾਸਤੇ ਭੋਜਨ ਜਿਹੜਾ ਖਾਣੇ ਆ, ਇਹ ਵੀ ਮਾਂ ਦੇ ਕੋਲੋਂ ਪਤਾ ਲੱਗਦਾ ਹੈ। ਬੋਲਣਾ, ਚੱਲਣਾ, ਤੁਰਨਾ, ਫਿਰਨਾ, ਸਭ ਕੁਝ। ਕਹਿੰਦੇ ਜਦੋਂ ਸ੍ਰਿਸ਼ਟੀ ਦੇ ਵਿੱਚ ਵੇਖਿਆ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਸਭ ਰਚ ਦਿੱਤਾ, ਪਰ ਆਪ ਬਨਸਪਤੀ ਤੇ ਰਚੀ ਹੈ, ਪਰ ਹੋਰ ਕੁਝ ਨਹੀਂ ਵੀ ਛੱਤ ਥੱਲੇ ਕੋਈ ਬੈਠ ਜਾਵੇ, ਕਿਤੇ ਨਾ ਕਿਤੇ ਬੈਠੀਏ, ਉਹ ਕੁਝ ਨਹੀਂ ਸੀ ਹੈ। ਦੇਖੋ ਸ੍ਰਿਸ਼ਟੀ ਦੇ ਜੀਵ ਵੀ ਹੈ। ਆਮ ਹੀ ਆਪਾਂ ਸੁਣਦੇ ਆ, ਕਹਿੰਦੇ ਨੇ ਪੁਰਾਤਨ ਸਮੇਂ ਤੋਂ ਜੀਵ ਪਹਿਲਾਂ ਜੰਗਲਾਂ ਦੇ ਵਿੱਚ ਹੀ ਰਿਹਾ ਕਰਦੇ ਸਨ। ਪੁਰਾਤਨ ਹੌਲੀ ਹੌਲੀ ਮਨੁੱਖਤਾ ਨੇ ਵਿਕਾਸ ਕੀਤਾ ਹੈ। ਕਹਿੰਦੇ ਨੇ ਜਿਸ ਵੇਲੇ ਸ੍ਰਿਸ਼ਟੀ ਨੂੰ ਸਾਜ ਦੇਣਾ ਕੀਤਾ, ਪਰ ਕੰਮ ਧੰਦਾ ਕੋਈ ਨਹੀਂ, ਜੀਵ ਉੱਥੇ ਫਲ ਫੁੱਲ ਖਾ ਕੇ ਆਪਣਾ ਗੁਜ਼ਾਰਾ ਕਰੀ ਜਾਂਦਾ, ਬਸ ਦਰਖਤਾਂ ਥੱਲੇ ਰਹਿੰਦਾ ਹੈ ਤੇ ਨਗਦ ਹੀ ਰਹਿੰਦਾ ਜੀ। ਕੋਈ ਉਸ ਵੇਲੇ ਵਸਤਰ ਨਹੀਂ ਸੀ। ਜਿਵੇਂ ਪਸ਼ੂ ਹੈ, ਇਸੇ ਤਰੀਕੇ ਦੇ ਨਾਲ ਮਨੁੱਖ ਵੀ ਇਸੇ ਢੰਗ ਦੇ ਨਾਲ ਰਹਿ ਰਿਹਾ ਸੀ। ਪਰ ਜਦੋਂ ਸੰਸਾਰ ਦੇ ਵਿੱਚ ਵੇਖਦੇ ਆ ਨਾ, ਦੇਵੀ ਦੇਵਤੇ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਬਣਾਏ।
ਕਿਤੇ ਨਾ ਕਿਤੇ ਭਾਵੇਂ ਪਾਤਰ ਵੀ ਘੜ ਲਏ ਜਾਂਦੇ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿ ਰਹੀ ਹੈ ਵੀ ਇਹ ਦੇਵੀ ਦੇਵਤੇ ਬਣਾਏ ਪਰਮੇਸ਼ਰ ਵਾਹਿਗੁਰੂ ਜੀ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਚੇਲਿਆਂ ਤੋਂ ਮੁਰਾਦ ਇੱਕ ਤਾਂ ਪੁੱਤਰ ਹੁੰਦੇ ਆ, ਇੱਕ ਹੁੰਦੇ ਆ ਜੀ ਚੇਲੇ। ਉਹਨਾਂ ਨੂੰ ਪੁੱਤਰ ਵੀ ਕਹਿ ਸਕਦੇ ਸਨ, ਪਰ ਨਹੀਂ, ਚੇਲੇ ਕਿਹਾ। ਚੇਲੇ ਜਿਵੇਂ ਨਾਦੀ ਪੁੱਤਰ ਹੁੰਦੇ ਆ ਨਾ, ਉਹਨਾਂ ਨੂੰ ਚੇਲੇ ਕਿਹਾ ਜਾਂਦਾ। ਨਾਦੀ ਇੱਕ ਬਿੰਦੀ ਪੁੱਤਰ ਹੁੰਦੇ, ਜਿਵੇਂ ਸਤਿਗੁਰੂ ਜੀ ਦੇ 4 ਸਾਹਿਬਜ਼ਾਦੇ ਸਨ, ਉਹ ਬਿੰਦੀ ਪੁੱਤਰ ਸਨ। ਬਾਕੀ ਅਸੀਂ ਨਾਦੀ ਪੁੱਤਰ, ਨਾਤਾ ਜੁੜਿਆ ਸਾਡਾ ਕਿਸੇ ਕਾਰਨ ਕਰਕੇ। ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੇ ਵੱਖ-ਵੱਖ ਦੇਵੀ ਦੇਵਤੇ ਬਣਾਉਣਾ ਕੀਤੇ, ਜਿਸ ਵੇਲੇ ਇਹ ਉਹ ਪਰਮੇਸ਼ਰ ਦੇ ਸਾਰੇ ਜਸ ਕਰਦੇ ਆ, ਵਾਹਿਗੁਰੂ ਦਾ ਹੀ ਜਸ ਕਰਦੇ ਨੇ। ਕਿਉਂਕਿ ਮਨੁੱਖਤਾ ਨੂੰ ਜਦੋਂ ਗਿਆਨ ਹੋ ਜਾਂਦਾ, ਹੋਰ ਕਿਸੇ ਦਾ ਜਸ ਨਹੀਂ ਕਰਦੇ, ਪਰਮੇਸ਼ਰ ਦਾ ਜਸ ਕਰਦੇ ਆ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੁਮਣ ਤੇਰੇ ਸਦਾ ਸਵਾਰੇ। ਗਾਵਨ ਤਦਨੋ ਇੰਦਰਾਸਨ ਬੈਠੇ ਦੇਵਤਿਆਂ ਦਰਨ ਆਲੇ। ਗਾਵਨ ਤਦਨੋ ਸਿੱਧ ਸਮਾਧੀ ਅੰਦਰ, ਜੇ ਬਣਾਇਆ ਤੇ ਤਾਂ ਹੀ ਆਉਂਦੇ ਆ, ਤਾਂ ਹੀ ਰੱਬ ਦਾ ਜਸ ਕਰਦੇ। ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੁਮਣ ਤੇਰੇ ਸਦਾ ਸਵਾਰੇ। ਗਾਵਨ ਤਦਨੋ ਇੰਦਰਾਸਨ ਬੈਠੇ ਦੇਵਤਿਆਂ ਦਰਨ ਆਲੇ। ਰੱਬ ਜੀ ਦਾ ਜਸ ਗਾਉਂਦੇ ਆ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਂਦੇ ਨੇ। ਪਰਮੇਸ਼ਰ ਦਾ ਜਿਹੜਾ ਜਸ ਗਾਉਂਦਾ ਹੈ, ਉਹਦੇ ਤੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਤੇ ਗੁਰੂ ਪਿਆਰਿਓ, ਹਰ ਇੱਕ ਦੇਵੀ ਦੇਵਤਾ ਗਾ ਰਿਹਾ, ਤੇ ਆਪਾਂ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਗਾਵਾਂਗੇ ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਵਾਂਗੇ। ਪਰਮੇਸ਼ਰ ਦਾ ਜਸ ਜਦੋਂ ਦੇਵੀ ਦੇਵਤੇ ਗਾ ਰਹੇ ਆ, ਉਹ ਤੂੰ ਕਿਉਂ ਨਹੀਂ ਪਾਈ ਗਾ ਰਿਹਾ? ਤੈਨੂੰ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਗਾਉਣਾ ਚਾਹੀਦਾ, ਤਾਂ ਹੀ ਤੂੰ ਸੰਸਾਰ ਦੇ ਵਿੱਚ ਪ੍ਰਵਾਨ ਹੋ ਸਕਦਾ ਹੈ। ਕਿਉਂਕਿ ਨਾਮ ਤੋਂ ਬਗੈਰ ਸੰਸਾਰ ਦੇ ਵਿੱਚ ਕੋਈ ਵੀ ਸਫਲ ਨਹੀਂ ਹੁੰਦਾ, ਚਾਹੇ ਉਹ ਦੇਵੀ ਹੈ, ਚਾਹੇ ਪੀਰ ਹੈ, ਚਾਹੇ ਦੇਵਤਾ ਹੈ, ਚਾਹੇ ਕੋਈ ਹੋਰ ਹੈ। ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ। ਪਰਮਾਤਮਾ ਵਾਹਿਗੁਰੂ ਦਾ ਜਸ ਵੱਡੇ ਵੱਡੇ ਦੇਵੀ ਦੇਵਤੇ ਪੀਰ ਪਗੰਬਰ ਹੌਲੀ ਅਵਤਾਰ ਕਰਦੇ। ਪੜਿਓ ਸਭ। ਗੱਲਾਂ ਹੋਸ਼ੀਆਂ ਤੇਰੇ ਨਾਮ ਤੋਂ ਬਿਨਾਂ,
ਪਰਮੇਸ਼ਰ ਦਾ ਨਾਮ ਜਪਣ ਵਾਸਤੇ ਜੀਵ ਸੰਸਾਰ ਦੇ ਵਿੱਚ ਆਇਆ ਹੈ। ਤੇ ਗੁਰੂ ਪਿਆਰਿਓ, ਅੱਜ ਜਿਹੜਾ ਆਪਾਂ ਇਹ ਦਿਨ ਮਨਾ ਰਹੇ ਹਾਂ, ਬਾਬਾ ਵਿਸ਼ਵਕਰਮਾ ਜੀ, ਇਹਨਾਂ ਨੂੰ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਸੰਸਾਰ ਦੇ ਵਿੱਚ ਭੇਜਣਾ ਕੀਤਾ। ਦੇਖੋ ਡਿਊਟੀਆਂ ਲਾਈਆਂ, ਆਪਾਂ ਪੜ੍ਹ ਕੇ ਹਟੇ ਪਹਿਲਾਂ, ਵੱਖ-ਵੱਖ ਡਿਊਟੀਆਂ ਪਰਮੇਸ਼ਰ ਵਾਹਿਗੁਰੂ ਜੀ ਨੇ ਲਾ ਕਰਕੇ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸ਼ਕਤੀ ਮਾਲਕ ਦੀ ਹੈ। ਪਰਮੇਸ਼ਰ ਵਾਹਿਗੁਰੂ ਆਪਣੇ ਤੋਂ ਸਾਰਿਆਂ ਜੀਵਾਂ ਨੂੰ ਪੈਦਾ ਕਰਦਾ, ਉਸ ਦੇ ਹੁਕਮ ਦੇ ਵਿੱਚ ਹੀ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ। ਕਹਿੰਦੇ ਨੇ ਇਹਨਾਂ ਦੀ ਡਿਊਟੀ ਪਰਮੇਸ਼ਰ ਵਾਹਿਗੁਰੂ ਜੀ ਨੇ ਲਾਈ, ਇਹਨਾਂ ਨੂੰ ਕਿਰਤ ਦਾ ਦੇਵਤਾ ਬਣਾਇਆ। ਕਿਰਤ ਦਾ ਦੇਵਤਾ ਸਾਰੀ ਦੁਨੀਆ ਤੇ ਜਦੋਂ ਅਸੀਂ ਵੇਖਦੇ ਹਾਂ ਨਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਰਤ ਦੀ ਗੱਲ ਕੀਤੀ ਹੈ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਿਰਤ ਕਰੋ, ਪਹਿਲਾਂ ਕਿਰਤ, ਫਿਰ ਨਾਮ ਜਪੋ। ਫਿਰ ਜਿਹੜੀ ਕਿਰਤ ਦੇ ਵਿੱਚੋਂ ਮਾਇਆ ਆਈ ਹੈ, ਉਹਦਾ ਦਸਵੰਧ ਕੱਢ ਕੇ ਸਾਰਿਆਂ ਵਿੱਚ ਵੰਡਣਾ। ਕਹਿੰਦੇ ਨੇ ਕਿਰਤ ਕਰਕੇ ਜਿਹੜਾ ਆਪਾਂ ਕੰਮ ਕਰਕੇ ਉਹ ਮਾਇਆ ਆਪਣੇ ਘਰ ਦੇ ਵਿੱਚ ਆਉਂਦੀ ਹੈ, ਉਹਦੇ ਨਾਲ ਜਿਹੜੀ ਸੰਤੁਸ਼ਟੀ ਹੁੰਦੀ ਹੈ, ਉਹ ਕਿਸੇ ਹੋਰ ਵਸਤੂ ਦੇ ਨਾਲ ਕਦੇ ਸੰਤੁਸ਼ਟੀ ਨਹੀਂ ਹੋ ਸਕਦੀ। ਭਾਵ ਜਿਹੜੇ ਠੱਗ ਜਾਂ ਚੋਰ ਮਾਇਆ ਇਕੱਠੀ ਕਰਕੇ ਕੋਲੇ ਰੱਖਦੇ ਨੂੰ ਸੰਤੁਸ਼ਟ ਨਹੀਂ ਹੁੰਦੇ, ਕਦੇ ਉਹਨਾਂ ਨੂੰ ਸ਼ਾਂਤੀ ਨਹੀਂ ਹੁੰਦੀ। ਕਿਰਤ ਦੇ ਵਿੱਚ ਹੀ ਸੰਤੁਸ਼ਟੀ ਹੈ। ਜਿਨ੍ਹਾਂ ਨੇ ਕਿਰਤ ਕਰੀ ਉਹਨਾਂ ਨੂੰ ਜਿਹੜੀ ਸੰਤੁਸ਼ਟੀ ਹੈ ਉਹ ਵੱਖਰੀ। ਅੱਜ ਵੀ ਤੁਸੀਂ ਦੇਖ ਲਓ, ਜਿਹੜੀ ਕਿਰਤ ਦੇ ਵਿੱਚੋਂ ਤੁਹਾਡੇ ਕੋਲੇ ਮਾਇਆ ਆਈ ਹੈ, ਉਹ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਜ਼ਰੂਰ ਦੇਵੇਗੀ। ਤੇ ਗੁਰੂ ਪਿਆਰਿਓ, ਨਹੀਂ ਸਾਡੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ, ਫਿਰ ਮਨ ਦੇ ਵਿੱਚ ਹੰਕਾਰ, ਹਉਮੈ ਤੇ ਜਿਹੜਾ ਮਨ ਦਾ ਵਾਰ-ਵਾਰ ਚਿੰਤਾਵਾਂ, ਝੋਰਿਆਂ ਦੇ ਵਿੱਚ ਉਹ ਲੱਗਿਆ ਰਹਿੰਦਾ। ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਜਿਵੇਂ ਬਾਕੀ ਦੇਵਤਿਆਂ ਨੇ ਅਵਤਾਰ ਲਏ ਸੰਸਾਰ ਦੇ ਵਿੱਚ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਆਏ। ਇਵੇਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਵਿਸ਼ਵਕਰਮਾ ਜੀ ਸੰਸਾਰ ਦੇ ਵਿੱਚ ਆਏ ਨੇ। ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਸੰਸਾਰ ਨੂੰ ਕਿਰਤ ਦੇ ਨਾਲ ਜੋੜਨ ਵਾਸਤੇ ਇਹ ਵੀ ਸੰਸਾਰ ਦੇ ਵਿੱਚ ਆਏ। ਪੜਿਆ ਅਵਤਾਰ ਬਣਾਇਓ ਹੈ, ਜਗਤ ਦੇ ਤਾਰਨ ਨੂੰ ਅਵਤਾਰ ਸਿਆਣਿਆਂ ਨੇ ਗੱਲ ਕਹੀ ਹੈ, ਕਿਰਪਾ ਕਰਕੇ ਜੀ ਚੁੱਪ ਦਾ ਦਾਨ ਬਖਸ਼ੋ, ਸੰਗਤ ਦੇ ਚਰਨਾਂ 'ਚ ਬੇਨਤੀ ਹੈ। ਕਹਿੰਦੇ ਨੇ ਅਵਤਾਰ ਇਹਨਾਂ ਦਾ ਕਿੱਥੇ ਆਇਆ? ਵਿਦਰ ਦੇਸ਼ ਦੇ ਵਿੱਚ ਮਾਤਾ ਜਿਹੜੀ, ਜਿਸ ਮਾਤਾ ਦੀ ਕੁੱਖ ਤੋਂ ਇਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਹੋਇਆ, ਜੋਗ ਸਿਪਰਾ ਜੀ। ਔਰ ਮਾਤਾ ਪ੍ਰਵਾਸ, ਜੋਗ ਸਿਪਰਾ ਜੀ ਮਾਤਾ ਜੀ, ਪਿਤਾ ਜੀ ਜਿਹੜੇ ਹੋਏ ਨੇ ਪ੍ਰਵਾਸ ਜੀ ਹੋਏ।
ਇਹਨਾਂ ਦਾ ਜਦੋਂ ਸੰਸਾਰ ਦੇ ਵਿੱਚ ਆਉਣਾ ਹੋਇਆ ਕੁਦਰਤੀ ਤੌਰ ਤੇ ਹੁੰਦਾ ਹੈ, ਕਿਉਂਕਿ ਪੁਰਾਤਨ ਜਿਹੜਾ ਸਮਾਂ ਸੀ, ਰਿਸ਼ੀ ਮੁਨੀਆਂ ਦਾ ਸਮਾਂ ਸੀ, ਇਹਨਾਂ ਦੇ ਪਿਤਾ ਜੀ ਵੀ ਰਿਸ਼ੀ ਸਨ, ਪ੍ਰਭਾਸ ਰਿਸ਼ੀ। ਤੇ ਜਦੋਂ ਵੀ ਉਹਨਾਂ ਦੇ ਰਹਿਣ ਵਾਲੀ ਜਗ੍ਹਾ ਹੁੰਦਾ ਸੀ, ਰਿਸ਼ੀ ਲੋਕ ਜਿੱਥੇ ਰਹਿੰਦੇ ਸਨ, ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਹੋਣੀ ਅੱਜ ਵੀ ਤੇ ਪੁਰਾਤਨ ਸਮੇਂ ਦੇ ਵਿੱਚ ਵੀ ਇਹ ਕੁਦਰਤੀ ਤੌਰ ਤੇ ਐਸਾ ਹੀ ਰਿਹਾ। ਖੁਸ਼ੀ ਦੇ ਸਮੇਂ ਦੇ ਵਿੱਚ ਵਧਾਈਆਂ ਦਿੰਦੇ ਨੇ ਤੇ ਮਾਤਾ ਜੋਗ ਸਿੰਘਰਾ ਜੀ ਨੂੰ ਲੋਕਾਂ ਨੇ ਆ ਕਰਕੇ ਜਿਹੜੇ ਹੋਰ ਰਿਸ਼ੀ ਮੁਨੀ ਲੋਕ ਤੇ ਰਹਿੰਦੇ ਸਨ ਵਧਾਈਆਂ ਦੇਣਾ ਕੀਤੀਆਂ, ਕਿਉਂਕਿ ਕੁਦਰਤੀ ਤੌਰ ਤੇ ਹੁੰਦਾ ਹੈ ਜਦੋਂ ਕੋਈ ਇਹੋ ਜਿਹੀ ਰੂਹ ਆਵੇ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਜਗਤ ਨੂੰ ਚੰਗੇ ਪਾਸੇ ਲਾਉਣਾ ਹੁੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਆਏ, ਉਹਨਾਂ ਨੇ ਕਿਰਤ ਕਰੀ, ਕਿਰਤੀਆਂ ਨੂੰ ਪਿਆਰ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਹਮੇਸ਼ਾ ਜਦੋਂ ਵੀ ਕਿਸੇ ਕੋਲੇ ਗਏ ਉਹ ਕਿਰਤੀਆਂ ਕੋਲੇ ਗਏ, ਹੰਕਾਰੀਆਂ ਕੋਲੇ ਨਹੀਂ ਗਏ। ਰੱਬ ਵੀ ਹਮੇਸ਼ਾ ਕਿਰਤੀਆਂ ਕੋਲੇ ਆਉਂਦਾ, ਹੰਕਾਰੀਆਂ ਕੋਲੇ ਨਹੀਂ। ਹੰਕਾਰੀਆਂ ਦੇ ਨੰਬਰ ਹੁੰਦੇ ਨੇ, ਇਹ ਤੁਸੀਂ ਇਤਿਹਾਸ ਨੂੰ ਪੜ੍ਹ ਲਿਓ। ਰੱਬ ਪਰਮੇਸ਼ਰ ਵਾਹਿਗੁਰੂ ਕਿਰਤੀ ਲੋਕਾਂ ਦੇ ਵਿੱਚ ਰਹਿੰਦਾ, ਕਿਰਤੀਆਂ ਦੇ ਕੋਲੇ ਹੁੰਦਾ ਹੈ, ਹੰਕਾਰੀਆਂ ਕੋਲੇ ਨਹੀਂ। ਜਿਸ ਵੇਲੇ ਵੇਖਿਆ ਗਿਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਲਕੈ ਸੰਗ ਸਾਧ ਵੱਡਿਆ ਸਿਉਂਕਾਰੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਜਦੋਂ ਸੰਸਾਰ ਦੇ ਵਿੱਚ ਆਏ ਨਾ ਇਹਨਾਂ ਨੇ, ਕਿਉਂਕਿ ਕੁਦਰਤ ਨੇ ਇਹਨਾਂ ਨੂੰ ਕਲਾ ਦੇ ਕੇ ਭੇਜੀ ਸੀ, ਜਿਹਦੇ ਕੋਲੇ ਕਲਾ ਹੁੰਦੀ ਹੈ ਉਹ ਆਪਣੀ ਕਲਾ ਦੇ ਨਾਲ ਹੀ ਸਭ ਕੁਝ ਕਰ ਦਿੰਦਾ। ਵੱਖ-ਵੱਖ ਕਲਾ ਦੇਖੋ, ਆਪਾਂ ਕਹਿੰਦੇ ਵੀ ਰਾਮਚੰਦਰ ਜੀ 14 ਕਲਾ ਸੰਪੂਰਨ ਸਨ, ਕੁਦਰਤ ਕੋਲੋਂ ਕਲਾ ਲੈ ਕੇ ਆਏ ਸੀ। ਕੱਲ ਹੀ ਉਹਨਾਂ ਦਾ ਦੀਵਾਲੀ ਦਾ ਤਿਉਹਾਰ ਆਪਾਂ ਨੇ ਮਨਾਇਆ। ਭਾਵੇਂ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਪਿਤਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਮਨਾਇਆ ਜਾਂਦਾ ਹੈ। ਰਹੋ ਵਿਚਾਰ ਕ੍ਰਿਸ਼ਨ ਜੀ 16 ਕਲਾ ਸੰਪੂਰਨ ਸਨ, ਪਰ ਇਹਨਾਂ ਨੂੰ ਕੁਦਰਤ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਮੁਖੋ ਕਿਰਤ ਦਾ ਕੰਮ ਦੇ ਕਰਕੇ ਸੰਸਾਰ ਦੇ ਵਿੱਚ ਭੇਜਣਾ ਕੀਤਾ। ਕਿਰਤ ਤੋਂ ਬਗੈਰ ਕੁਝ ਨਹੀਂ ਚੱਲਦਾ। ਅੱਜ ਜੋ ਕੁਝ ਵੀ ਆਪਾਂ ਸੰਸਾਰ ਦੇ ਵਿੱਚ ਤੱਕ ਰਹੇ ਹਾਂ, ਵੇਖ ਰਹੇ ਹਾਂ, ਅਕਾਲ ਪੁਰਖ ਦੀ ਕਿਰਪਾ ਤੇ ਦੇਵਤੇ ਵਿਸ਼ਵਕਰਮਾ ਜੀ ਮੈਂ ਬੋਲ ਰਿਹਾ, ਇਹ ਵੀ ਕਿਸੇ ਕਿਰਤੀ ਨੇ ਇਹ ਮੈਕ ਬਣਾਇਆ। ਇਹ ਇਲੈਕਟ੍ਰੋਨਿਕ ਆਪਾਂ ਜਦੋਂ ਦੇਖਦੇ ਹਾਂ ਮਸ਼ੀਨਾਂ ਬਣੀਆਂ ਨੇ ਅੱਜ ਦੇ ਸਮੇਂ ਦੇ ਵਿੱਚ, ਹਾਰਮੋਨੀਅਮ ਵੱਜ ਰਹੇ ਹੈ, ਇਹ ਵੀ ਕਿਸੇ ਕਿਰਤੀ ਨੇ। ਦਰਬਾਰ ਸਾਹਿਬ ਦੇ ਵਿੱਚ ਬੈਠੇ ਆ, ਇਹ ਵੀ ਕਿਰਤੀ ਦੀ ਦੇਣ ਹੈ। ਕੁਦਰਤ ਨੇ ਕਰਤੇ ਨੇ ਕੁਦਰਤ ਸਾਜ ਦੇਣਾ ਕੀਤੀ। ਪਰ ਜਿਹੜੇ ਕੰਮ ਧੰਦੇ ਆ ਨਾ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ, ਤੱਕਦੇ ਹਾਂ, ਤਾਂ ਇਹ ਸਾਰੀਆਂ ਦੇਣਾ ਵਿਸ਼ਵਕਰਮਾ ਜੀ ਦੀਆਂ ਸੰਸਾਰ ਦੇ ਵਿੱਚ ਜਦੋਂ ਵੇਖਾਂਗੇ। ਇਸੇ ਕਰਕੇ ਦੁਨੀਆ ਦੇ ਲੋਕ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਅੱਜ ਜਦੋਂ ਵੀ ਜਿੱਥੇ ਕਿਤੇ ਵੀ ਵੱਖ-ਵੱਖ ਧਰਮਾਂ, ਵੱਖ-ਵੱਖ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਨਾ, ਅੱਜ ਦੇ ਦਿਨ ਭਾਰਤ ਵਰਸ਼ ਦੇ ਵਿੱਚ, ਏਸ਼ੀਆ ਦੇ ਵਿੱਚ ਜ਼ਿਆਦਾਤਰ ਆਪਾਂ ਜਦੋਂ ਦੇਖਦੇ ਹਾਂ ਉਹਨਾਂ ਦੇ ਦਿਨ ਮਨਾਏ ਜਾਂਦੇ ਆ, ਤਾਂ ਗੁਰਮੁਖੋ ਅੱਜ ਜੈ ਜੈਕਾਰ ਹੋ ਰਹੀ ਹੈ। ਕਿਉਂਕਿ ਕਿਰਤੀ ਲੋਕ ਕੁਦਰਤੀ ਤੌਰ ਤੇ ਹੁੰਦਾ ਵੀ ਆਪਣਿਆਂ ਨੂੰ ਯਾਦ ਕਰਨਾ ਇਹ ਅਤ ਲਾਜ਼ਮੀ, ਅਤ ਜ਼ਰੂਰੀ ਹੈ। ਜਿਵੇਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨੂੰ, ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਬਾਬਾਣੀਆਂ ਕਹਾਣੀਆਂ ਭਾਵ ਉਹਨਾਂ ਨੂੰ ਯਾਦ ਕੀਤਾ ਜਾਣਾ। ਜਿਹੜਾ ਯਾਦ ਨਾ ਕਰੇ ਉਹਨੂੰ ਆਪਾਂ ਕੀ ਕਹਿੰਦੇ ਕਿ ਕਿਰਤ ਕਰਨਾ। ਜਿਹੜਾ ਆਪਣੇ ਪੁਰਖਿਆਂ ਨੂੰ ਯਾਦ ਹੀ ਨਾ ਕਰੇ, ਜਿਹਨੇ ਕੋਈ ਸਾਨੂੰ ਸਿੱਖਿਆ ਦਿੱਤੀ ਹੈ, ਉਹਨੂੰ ਕੀ ਕਿਹਾ ਜਾਂਦਾ ਸੰਸਾਰ ਦੇ ਵਿੱਚ ਜੀ? ਅਕਿਰਤ ਕਰਨਾ। ਤੇ ਆਪਾਂ ਕਿਰਤ ਕਰਨੀ ਅੱਜ ਦੇਖੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਜਦੋਂ ਹਰ ਨਗਰ ਦੇ ਵਿੱਚ ਦੇਖਦੇ ਆ ਨਾ, ਅੱਜ ਬਾਬਾ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ ਜਾ ਰਿਹਾ। ਔਰ ਯਾਦ ਕਰਨ ਦਾ ਇਹ ਸਾਡਾ ਅਤੀ ਲਾਜ਼ਮੀ ਫਰਜ਼ ਬਣਦਾ, ਜ਼ਰੂਰੀ ਹੈ। ਪੜ੍ਹ ਵੀ ਲਈਏ ਆਪਾਂ ਸਾਰੇ, ਉਹਨਾਂ ਦੀ ਅੱਜ ਹਰ ਪਾਸੇ ਜੈ ਜੈਕਾਰ ਹੋ ਰਹੀ ਹੈ। ਹਰ ਪਾਸੇ
ਜਿਨ੍ਹਾਂ ਨੇ ਸੰਸਾਰ ਨੂੰ ਕੁਝ ਦਿੱਤਾ ਹੋਵੇ ਨਾ, ਉਹਨਾਂ ਦੀ ਸੰਸਾਰ ਦੇ ਵਿੱਚ ਜੈ ਜੈਕਾਰ ਹੁੰਦੀ ਹੈ। ਤੇ ਜਿਨ੍ਹਾਂ ਨੇ ਕੁਝ ਨਾ ਦਿੱਤਾ ਹੋਵੇ, ਉਹਨਾਂ ਦੀ ਜੈ ਜੈਕਾਰ ਐਵੇਂ ਕਿਤੇ ਥੋੜੀ ਹੋ ਜਾਣੀ ਹੈ। ਜਿਹੜਾ ਕੁਝ ਕਰਕੇ ਜਾਵੇ ਸੰਸਾਰ ਦੇ ਵਿੱਚ, ਕੁਝ ਕੀਤੇ ਬਿਨਾਂ ਜੈ ਜੈਕਾਰ ਨਹੀਂ ਹੁੰਦੀ। ਜਿਹੜਾ ਸੰਸਾਰ ਨੂੰ ਕੁਝ ਨਾ ਕੁਝ ਦੇ ਕੇ ਜਾਂਦਾ ਹੈ, ਉਹੀ ਗੁਰੂ ਪਿਆਰ ਵਾਲੇ ਉਹਦੇ ਸੰਸਾਰ ਦੇ ਵਿੱਚ ਮਾਨ ਪ੍ਰਾਪਤ ਕਰਦੇ। ਪੜ੍ਹੋ ਸਾਰੇ। ਸਿਫਤ ਕਰਾਂ ਜਿਨ ਨਾਚ ਮਾਲਕਾ, ਸਾਡੇ ਵਾਸਤੇ ਕੀ ਕੁਝ ਕੀਤਾ। ਵਿਸ਼ਵਕਰਮਾ ਜੀ ਦੀ ਸਿਫਤ ਅੱਜ ਜਦੋਂ ਸੰਸਾਰ ਦੇ ਵਿੱਚ ਤੱਕਦੇ ਆ, ਵੇਖਦੇ ਹਨ, ਤੇ ਜਿਨ੍ਹਾਂ ਨੂੰ ਦਾਤਾਂ ਦਿੱਤੀਆਂ ਨੇ ਉਹ ਲੋਕ ਸਿਫਤਾਂ ਕਰਦੇ ਨੇ। ਜਿਵੇਂ ਆਪਾਂ ਅੱਜ ਦੇਖ ਰਹੇ ਹਾਂ, ਆਪਾਂ ਸਿਫਤ ਕਰ ਰਹੇ ਹਾਂ, ਤੇ ਜ਼ਰੂਰੀ ਫਰਕ ਹੁੰਦਾ ਹੈ। ਕਹਿੰਦੇ ਨੇ ਸੰਸਾਰ ਦੇ ਵਿੱਚ ਉਹਨਾਂ ਨੇ ਜੋ ਦੇਣ ਦਿੱਤੀ ਹੈ, ਕਿਤੇ ਸੁਨਿਆਰ ਵੀਰ ਹੈ, ਉਹਨਾਂ ਨੂੰ ਸੋਨੇ ਦੀ ਘਾਟ ਕਰਨ ਦੀ ਇਹ ਵੀ ਵਿਸ਼ਵਕਰਮਾ ਜੀ ਨੇ ਦਾਤ ਦੇਣਾ ਕੀਤੀ। ਕਿੰਨੇ ਕਿੰਨੇ ਸੁੰਦਰ ਗਹਿਣੇ ਜੀ ਆਦਿ ਕਾਲ ਦੇ ਸਮੇਂ ਤੋਂ। ਇਹ ਸ਼ਿਲਪਾਕਾਰ ਵੀ ਇਹਨਾਂ ਨੂੰ ਕਿਹਾ ਜਾਂਦਾ, ਸ਼ਿਲਪਾਕਾਰ। ਸੁਨਿਆਰ ਵੀਰ ਹੈ ਜਿਹੜੇ ਕਿੰਨੇ ਸੁੰਦਰ ਗਹਿਣੇ ਕਰਦੇ ਨੇ। ਜਦੋਂ ਕਿਸੇ ਤਨ ਤੇ ਪਾਇਆ ਜਾਂਦਾ ਉਸ ਗਹਿਣੇ ਨੂੰ, ਤਾਂ ਗੁਰੂ ਪਿਆਰ ਵਾਲੇ ਉਹ ਦੁੱਗਣਾ ਰੂਪ ਬਣਾ ਦਿੰਦਾ, ਚਾਹੇ ਮਰਦ ਹੈ ਚਾਹੇ ਔਰਤ ਹੈ। ਜਦੋਂ ਕੋਈ ਹੱਥ ਦੀ ਕਿਰਤ ਕਰਨ ਵਾਲਾ ਕਾਰੀਗਰ ਵੀਰ ਮਕਾਨ ਬਣਾਉਂਦਾ ਤੇ ਕਿੰਨਾ ਸੁੰਦਰ ਉਹ ਮਕਾਨ ਬਣਾ ਕੇ ਮੂੰਹ ਬੁਲਾ ਦਿੰਦਾ, ਮਨੁੱਖ ਦੇਖ ਕੇ ਦੰਗ ਰਹਿ ਜਾਂਦਾ ਹੈ। ਦੇਖੋ ਹਰਿਮੰਦਰ ਸਾਹਿਬ ਬਣਿਆ, ਸਿੱਖ ਧਰਮ ਦਾ ਕੇਂਦਰ, ਇਹ ਵੀ ਕਿਸੇ ਕਿਰਤੀ ਦੇ ਹੱਥਾਂ ਦੀ ਕਿਰਤ ਹੈ। ਇਹ ਵੀ ਉਹ ਕਿਸੇ ਕਿਰਤੀ ਦੀ, ਉਹਨੇ ਆਪਣੀ ਕਲਪਨਾ ਦੇ ਦੁਆਰਾ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਕਿੰਨਾ ਸੋਹਣਾ ਇਹ ਹਰੀ ਮੰਦਰ ਬਣਾਇਆ। ਹਰੀ ਮੰਦਰ ਕਿਹਾ ਜਾਂਦਾ ਹੈ। ਬਾਕੀ ਦੁਨੀਆ ਦੇ ਵਿੱਚ ਜਦੋਂ ਅਸੀਂ ਮੰਦਰ ਵੇਖਦੇ ਹਾਂ, ਉਹ ਕਿਸੇ ਦੇਵਤੇ ਦੇ ਨਾਲ ਸੰਬੰਧਿਤ ਹੈ, ਪਰ ਇਹ ਹਰਿਮੰਦਰ ਸਾਹਿਬ ਹੈ ਜਿਹੜਾ ਪਰਮੇਸ਼ਰ ਦੇ ਨਾਲ ਸੰਬੰਧਿਤ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦੇਖ ਰੇਖ ਦੇ ਹੇਠ ਇਹ ਹਰਿਮੰਦਰ ਸਾਹਿਬ ਬਣਾਇਆ। ਜਿਵੇਂ ਘਰ ਦਾ ਆਪਣੇ ਬਣਦਿਆ ਹੁੰਦਾ ਹੈ, ਬਣਾਉਣ ਵਾਲਾ ਤਾਂ ਮਿਸਤਰੀ ਹੁੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਦੱਸਿਆ
ਬਈ ਬਣਾਉਣ ਵਾਲਾ ਤਾਂ ਉਹ ਮਿਸਤਰੀ ਸੀ, ਉਹਨੂੰ ਚਾਹੇ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ, ਪਰ ਗੁਰਮੁਖੋ ਇਹ ਅੰਗਰੇਜ਼ ਲੋਕ ਕਹਿੰਦੇ ਨੇ, ਸਿੱਖ ਨੇ ਹਰਮੰਦਰ ਸਾਹਿਬ ਵੀ ਕਹਿਣਾ ਹਰੀ ਦਾ ਮੰਦਰ। ਗੋਲਡਨ ਟੈਂਪਲ ਦਾ ਮਤਲਬ ਤਾਂ ਸਿਰਫ ਇੰਨਾ ਹੀ ਹੋ ਜਾਂਦਾ ਹੈ, ਸੋਨੇ ਦਾ ਮੰਦਰ। ਵੀ ਸੋਨਾ ਤਾਂ ਹੋਰ ਵੀ ਮੰਦਰਾਂ ਤੇ ਬੜਾ ਚੜਿਆ ਹੋਇਆ, ਗੋਲਡਨ ਦਾ ਮਤਲਬ ਸੋਨਾ, ਟੈਂਪਲ ਮਤਲਬ ਮੰਦਰ। ਪਰ ਸਿੱਖ ਵਾਸਤੇ ਉਹ ਹਰੀ ਮੰਦਰ ਹੈ, ਰੱਬ ਦਾ ਘਰ ਹੈ, ਰੱਬ ਦਾ ਘਰ। ਬਾਕੀ ਦੁਨੀਆ ਦੇ ਵਿੱਚ ਸ਼ਿਵ ਜੀ ਦੇ ਮੰਦਰ ਬਣੇ ਨੇ, ਦੇਵੀ ਦੇਵਤਿਆਂ ਦੇ ਨਾਮ ਦੇ ਮੰਦਰ ਬਣੇ ਹੋਏ ਨੇ, ਪਰ ਜਦੋਂ ਕਿਤੇ ਵੇਖਾਂਗੇ ਦੁਨੀਆ ਦੇ ਵਿੱਚ ਹਰਮੰਦਰ ਸਾਹਿਬ। ਹੁਣ ਆਪਾਂ ਵਿਚਾਰ ਗੁਰੂ ਪਿਆਰ ਵਾਲੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਆਪਾਂ ਬੈਠੇ ਹਾਂ, ਕਹਿੰਦੇ ਨੇ ਇੱਕ ਵਾਰੀ ਪਾਰਵਤੀ ਜੀ ਨੇ ਆਪਣੇ ਪਤੀ ਦੇਵ ਸ਼ਿਵ ਜੀ ਨੂੰ ਕਿਹਾ ਕਿ ਮੈਂ ਆਪਣੀ ਭੈਣ ਲక్ష్ਮੀ ਨੂੰ ਮਿਲਣ ਦੀ ਆਉਂਦਾ। ਕਹਿਣ ਲੱਗੇ ਜਾਓ ਤੁਸੀਂ, ਪਰ ਸੱਦੇ ਬਗੈਰ ਜਾਣਾ ਨਹੀਂ ਚਾਹੀਦਾ। ਜੇ ਨਹੀਂ ਉਹਨਾਂ ਨੇ ਸੱਦਿਆ ਨਾ, ਤੁਹਾਨੂੰ ਜਾਣਾ ਨਹੀਂ ਚਾਹੀਦਾ। ਕਹਿੰਦੀ ਨਹੀਂ ਜੀ, ਉਹਨਾਂ ਦਾ ਬਹੁਤ ਸੋਹਣਾ ਕਾਰਜ ਹੈ, ਕੰਮ ਧੰਦੇ ਹੈ, ਉਹਨਾਂ ਦੇ ਕੋਈ ਪ੍ਰੋਗਰਾਮ ਲਿਖਿਆ ਹੋਇਆ ਹੈ ਕਿ ਮੈਂ ਉੱਥੇ ਜਾਣਾ ਚਾਹੁੰਦੀ ਹਾਂ, ਤੁਸੀਂ ਆਗਿਆ ਦਿਓ। ਉਹ ਕਹਿਣ ਲੱਗੇ ਮੈਂ ਤਾਂ ਤੈਨੂੰ ਆਗਿਆ ਦੇ ਦੂੰ, ਪਰ ਤੈਨੂੰ ਜਦੋਂ ਸੱਦਾ ਪੱਤਰ ਹੀ ਨਹੀਂ ਉਹਨਾਂ ਨੇ ਭੇਜਿਆ, ਤੈਨੂੰ ਬੁਲਾਇਆ ਹੀ ਨਹੀਂ, ਤੂੰ ਕੀ ਲੈਣ ਜਾਵੇਂਗੇ ਉੱਥੇ। ਕਹਿਣ ਲੱਗੀ ਕਿ ਨਹੀਂ, ਹੱਠ ਕਰਨ ਲੱਗ ਪਈ। ਕਹਿਣ ਲੱਗੀ ਚਲੋ ਜਾਇਓ। ਤੇ ਜਦੋਂ ਗਈ, ਉੱਥੇ ਗੱਲਾਂ ਬਾਤਾਂ ਹੋਈਆਂ, ਪਰਸਪਰ ਵਿਚਾਰ ਹੋਈ। ਕਹਿਣ ਲੱਗੀ ਬੜਾ ਸੋਹਣਾ ਮੰਦਰ ਹੈ। ਕਿਤੇ ਨਾ ਕਿਤੇ ਕਈ ਵਾਰੀ ਕੁਦਰਤੀ ਵੀ ਗੱਲ ਹੋ ਜਾਂਦੀ ਹੈ, ਜੋ ਮਨ ਨੂੰ ਲੱਗ ਜਾਂਦੀ ਹੈ। ਕਹਿਣ ਲੱਗੀ ਹਾਂ ਦੇਖੋ, ਸਾਡਾ ਇਹ ਜਿਹੜੀ ਸ਼ਿਵਪੁਰੀ ਬਣੀ ਹੈ ਕਿੰਨੀ ਸੁੰਦਰ ਬਣੀ ਹੋਈ ਹੈ। ਵਾਹਿਗੁਰੂ ਵਿਸ਼ਨੂਪੁਰੀ ਬਣੀ ਹੋਈ ਹੈ, ਜਿਹੜੀ ਕਿਤਨੀ ਸੁੰਦਰ ਬਣਾਈ ਹੈ। ਕਹਿਣ ਲੱਗੀ ਹਾਂ, ਇਹ ਜਿਹੜੀ ਪੁਰੀ ਬਣੀ ਹੈ ਵਿਸ਼ਵਕਰਮਾ ਜੀ ਨੇ ਬਣਾਈ ਹੈ, ਕਿਤਨੀ ਸੁੰਦਰ ਹੈ। ਤੁਸੀਂ ਕਿੱਥੇ ਰਹਿੰਦੇ ਹੋ? ਕਹਿਣ ਲੱਗੀ ਤੁਹਾਡਾ ਘਰ। ਉਹ ਸ਼ਿਵ ਜੀ ਜਿਹੜਾ ਸੀ ਉਹ ਸ਼ਮਸ਼ਾਨ ਘਾਟ ਦੇ ਵਿੱਚ ਹੀ ਰਹਿੰਦੇ। ਕੈਲਾਸ਼ ਪਰਬਤ ਦੀ ਜਦੋਂ ਗੱਲ ਆਉਂਦੀ ਹੈ, ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਸ਼ਮਸ਼ਾਨ ਘਾਟ ਦੇ ਵਿੱਚ ਹੀ ਰਹਿਣਾ, ਤਰਸੂਲ ਕੋਲੇ। ਤੇ ਜਦੋਂ ਵੀ ਜਿੱਥੇ ਕਿਤੇ ਉਹ ਸਮਾਧੀ ਲਾ ਕੇ ਬੈਠ ਜਾਂਦੇ ਆ, ਕਹਿੰਦੇ ਨੇ ਵੀ ਸ਼ਾਂਤੀ ਜੀ ਠੀਕ ਹੈ, ਅਸੀਂ ਸਾਨੂੰ ਬਹੁਤੇ ਅਡੰਬਰ ਦੀ ਲੋੜ ਨਹੀਂ। ਉਹ ਕਹਿਣ ਲੱਗੀ ਤੁਹਾਡੇ ਵਾਲਾ ਘਰ ਕਿਵੇਂ ਹੈ? ਜਿਵੇਂ ਕਹਿੰਦੇ ਬੋਲੀ ਜੀ ਨਹੀਂ ਲੱਗ ਜਾਂਦੀ, ਉਹ ਬੋਲੀ ਲੱਗ ਗਈ। ਤੇ ਉੱਥੇ ਆਪਣੇ ਗਿਆਨ ਇਸ ਤਰ੍ਹਾਂ ਉਹਨਾਂ ਨੇ ਸਮਝਿਆ ਵੀ ਮੈਨੂੰ ਮੇਰਾ ਨਰਾਦਰ ਕੀਤਾ। ਆ ਗਈ ਸ਼ਿਵ ਜੀ ਕਹਿਣ ਲੱਗੇ ਵੀ ਦੱਸੋ ਕਿਵੇਂ ਹੋਇਆ ਭਾਗਤ, ਦੱਸ ਦਿੱਤਾ। ਕਹਿਣ ਲੱਗੇ ਮੇਰੀ ਤਾਂ ਨਰਾਤੇ ਕੀਤੀ। ਕਹਿਣ ਲੱਗੇ ਮੈਂ ਤੁਹਾਨੂੰ ਕਿਹਾ ਸੀ ਵੀ ਨਾ ਜਾਇਓ। ਚਲੋ ਜਿਸ ਵੇਲੇ ਵਾਪਸ ਆ ਗਈ, ਕਹਿਣ ਲੱਗੀ ਮੈਨੂੰ ਨਹੀਂ ਪਤਾ, ਮੈਨੂੰ ਮਕਾਨ ਬਣਾ ਕੇ ਦਿਓ, ਸੁੰਦਰ ਮਕਾਨ ਹੋਵੇ, ਇਹੋ ਜਿਹੀ ਪੁਰੀ ਹੋਵੇ। ਉਹ ਕਹਿਣ ਲੱਗੇ ਨਹੀਂ, ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਹੀ ਠੀਕ ਹੈ। ਕਹਿੰਦੀ ਜੀ ਨਹੀਂ, ਆਪਣੇ ਰਹਿਣ ਵਾਸਤੇ ਵੀ ਕਿਤੇ ਜਗ੍ਹਾ ਹੋਵੇ। ਤੁਸੀਂ ਤਰਸੂਲ ਚੱਕ ਕੇ ਅੱਗੇ ਤੁਰ ਪੈਣੇ, ਮੈਂ ਤੁਹਾਡੇ ਮਗਰ। ਕਦੇ ਤੁਸੀਂ ਡਮਰੂ ਵਜਾ ਲੈਂਦੇ ਹੋ, ਮੈਂ ਤੁਹਾਡੇ ਮਗਰ ਤੁਰੀ ਆਉਣੀ ਹੈ। ਨੰਦੀ ਬੈਲ ਦੇ ਉੱਪਰ ਬੈਠ ਜਾਂਦੇ ਹੋ, ਸ਼ਮਸ਼ਾਨ ਘਾਟ ਦੇ ਵਿੱਚ ਆ ਕੇ ਡੇਰਾ ਲਾ ਲੈਂਦੇ ਹੋ। ਉਹ ਕਹਿਣ ਲੱਗੇ ਮੈਂ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਕਰਦਾ ਹਾਂ। ਸਾਧਿਆਣੀ ਮਸ਼ਕੀਰ ਸਿੰਘ ਜੀ ਇਹਨਾਂ ਦੇ ਬਾਬਤ ਦੱਸਦੇ ਸਨ, ਕਹਿੰਦੇ ਨੇ ਇਹਨਾਂ ਨੇ ਬਾਹਰੀ ਤੌਰ ਤੇ ਜਿਹੜਾ ਸੱਪ ਗਲ ਦੇ ਵਿੱਚ ਪਾਇਆ ਹੋਇਆ ਸੀ ਨਾ, ਇਹ ਅਸਲ ਦੇ ਵਿੱਚ ਮਨੁੱਖ ਨੂੰ ਦਰਸਾਇਆ ਸੀ ਵੀ ਜਿਹੜਾ ਸੱਪ ਹੈ ਨਾ, ਕਹਿੰਦੇ ਨੇ ਇਹ ਮਨ ਨੂੰ ਮੌਤ ਹੈ, ਮਨੁੱਖ ਦੇ ਸਿਰ ਦੇ ਉੱਪਰ ਹੈ। ਜਿਵੇਂ ਸੱਪ ਕਿਸੇ ਵੇਲੇ ਵੀ ਡੰਗ ਮਾਰ ਦੇਵੇ, ਮੌਤ ਹੋ ਸਕਦੀ ਹੈ। ਕਾਲ ਵੀ ਹਰ ਇੱਕ ਮਨੁੱਖ ਦੇ ਸਿਰ ਤੇ ਹੁੰਦਾ ਹੈ, ਕਦੋਂ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਸੱਦਾ ਪੱਤਰ ਆ ਜਾਵੇ। ਅਸਲ ਦੇ ਵਿੱਚ ਗੱਲ ਸਮਝ ਆ ਰਹੀ ਸੀ ਉਹਨਾਂ ਨੂੰ, ਸ਼ਮਸ਼ਾਨ ਘਾਟ ਦੇ ਵਿੱਚ ਬੈਠ ਕਰਕੇ ਅਸਲ ਦੇ ਵਿੱਚ ਸਮਝਣਾ ਸੀ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਕਰਦੇ ਆ, ਉਹ ਜ਼ਿੰਦਗੀ ਬਤੀਤ ਕਰ ਰਹੇ ਨੇ। ਉਹ ਕਹਿਣ ਲੱਗੇ ਆਪਾਂ ਬਹੁਤੇ ਅਡੰਬਰਾਂ ਦੇ ਵਿੱਚ ਨਹੀਂ ਪੈਣਾ, ਬਸ ਮੈਂ ਸਿਮਰਨ ਕਰਦਾ ਰਹਿਣਾ, ਤੁਸੀਂ ਵੀ ਨਾਲ ਨਾਲ ਸਿਮਰਨ ਕਰਿਆ ਕਰੋ। ਸਿਮਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਹੀ ਪਾਰ ਉਤਾਰਾ ਹੁੰਦਾ ਹੈ। ਮਨੁੱਖਤਾ ਨੇ ਭਾਵੇਂ ਉਹਨਾਂ ਦੇ ਜੀਵਨ ਦੇ ਬਾਬਤ ਕਈ ਗੱਲਾਂ ਕੀਤੀਆਂ, ਪਰ ਅਸਲ ਦੇ ਵਿੱਚ ਸਮਝਣ ਵਾਲੀ ਗੱਲ ਇਹ ਹੋਈ ਹੈ ਕਿ ਹਰ ਇੱਕ ਮਨੁੱਖ ਦੇ ਉੱਪਰ ਕਾਲ ਪੈਂਦਾ। ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਕਟਾ ਤਨ ਸੀਜੈ, ਕਾਲ ਤੇਰੀ ਫਿਰੈ ਬਦਤ ਜਿਉ।
ਕਹੋ ਕਬਨ ਬਿਦ ਕੀਜੈ। ਕਹਿੰਦੇ ਨੇ ਜਿਹੜਾ ਸੱਪ ਪਾਇਆ ਸੋ ਦੇ ਵਿੱਚ ਮਨੁੱਖ ਸਮਝੇ ਵੀ ਮੌਤ ਹਰ ਇੱਕ ਦੇ ਸਿਰ ਦੇ ਉੱਪਰ ਹੈ। ਕਹਿੰਦੇ ਆਪਾਂ ਸਮਾਧੀ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਕਰਦੇ ਹਾਂ। ਪਾਰਵਤੀ ਦੀ ਸਮਾਧੀ ਲੱਗਦੀ ਨਹੀਂ ਸੀ, ਉਹਦੇ ਸਮਾਧੀ ਦੇ ਵਿੱਚ ਬੈਠੇ ਰਹਿੰਦੇ ਸਨ, ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਕਰਦੇ। ਦੇਖੋ ਜੀ ਗੁਰਬਾਣੀ ਕਹਿੰਦੀ ਵੀ ਦੇਵੀ ਦੇਵਤੇ ਪਰਮੇਸ਼ਰ ਦੀ ਉਸਤਤ ਕਰਦੇ। ਗਾਵਨ ਮੁਦਰਾ ਈਸ਼ਰ ਬ੍ਰਹਮਾ ਦੇਵੀ, ਉਹ ਰੱਬ ਜੀ ਦਾ ਜਸ ਕਰਨ ਵਾਲੇ। ਅਸਲ ਦੇ ਵਿੱਚ ਸਾਡੇ ਕੋਲੇ ਕਈ ਬਾਹਰੀ ਤੌਰ ਤੇ ਗੱਲਾਂ ਆ ਗਈਆਂ, ਉਹ ਅਸਲੀ ਗੱਲਾਂ ਸਾਡੇ ਕੋਲੇ ਸਾਹਮਣੇ ਨਹੀਂ ਆਈਆਂ। ਪੜ੍ਹੋ ਸਾਰੇ। ਉਹ ਦਿਨ ਰਾਤ ਦੀ ਸਮਾਧੀ ਲੱਗੀ ਪਰਮੇਸ਼ਰ ਦੀ ਉਸਤਤ ਦੇ ਵਿੱਚ ਬੈਠੇ ਰਹਿੰਦੇ ਦਿਨ ਰਾਤ। ਉਹਨਾਂ ਦਾ ਇੱਕ ਦੋ ਰੂਪ ਬਾਹਰੀ ਤੌਰ ਤੇ ਸਾਹਮਣੇ ਲਿਆਂਦੇ, ਪਰ ਜਿਹੜਾ ਉਹ ਸਿਮਰਨ ਭਜਨ ਵਾਹਿਗੁਰੂ ਦੀ ਉਸਤਤ ਕਰਦੇ ਨੇ ਉਹ ਸਾਡੇ ਸਾਹਮਣੇ ਘੱਟ ਹੁੰਦੀ ਹੈ। ਉਹਨਾਂ ਦਾ ਪ੍ਰਚਾਰ ਕਰਨ ਦਾ ਜ਼ਰੀਆ ਸਰੀਰ ਦੇ ਉੱਪਰ ਸਵਾਹ ਮਲ ਕੇ ਰੱਖਣੀ ਵੀ ਇਹ ਤਨ ਹੈ ਨਾ ਜਿਹੜਾ ਇਹ ਭਸਮ ਹੋ ਜਾਣਾ ਹੈ। ਵੱਖ-ਵੱਖ ਉਹਨਾਂ ਦੀਆਂ ਵਿਚਾਰਾਂ। ਕਹਿੰਦੀ ਜੀ ਮਕਾਨ ਤੋਂ ਬਗੈਰ ਤੇ ਮੈਨੂੰ ਮੁਸ਼ਕਲ ਹੈ, ਮੈਂ ਰਹਿ ਨਹੀਂ ਸਕਦੀ। ਜਦੋਂ ਪਤੀ ਔਰ ਪਤਨੀ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੁੰਦਾ, ਜਦੋਂ ਉਹ ਤਾਂ ਕਿਹਾ ਉਹ ਕਹਿਣ ਲੱਗੇ ਠੀਕ ਹੈ ਚਲੋ ਆਪਾਂ ਵਿਸ਼ਵਕਰਮਾ ਜੀ ਨੂੰ ਕਹਿੰਦੇ ਆ, ਉਹ ਆਪਣੇ ਵਾਸਤੇ ਰਹਿਣ ਵਾਸਤੇ ਮਕਾਨ ਬਣਾ ਦੇਣਗੇ। ਉਹਨਾਂ ਨੇ ਯਾਦ ਕੀਤਾ ਵਿਸ਼ਵਕਰਮਾ ਜੀ। ਦੇਖੋ ਕੁਦਰਤੀ ਤਿੰਨੇ ਦੇਵਤੇ ਆ, ਬ੍ਰਹਮਾ ਹੈ, ਵਿਸ਼ਨੂੰ ਹੈ, ਸ਼ਿਵ ਜੀ ਹੈ, ਇੱਕ ਦੂਜੇ ਦਾ ਸਤਿਕਾਰ ਕਰਦੇ ਨੇ, ਬੇਨਤੀ ਵੀ ਕਰਦੇ ਨੇ ਇੱਕ ਦੂਸਰੇ ਨੂੰ। ਸਨਮਾਨ ਤੇ ਸਤਿਕਾਰ ਕਰਨਾ ਇਹ ਤਾਂ ਜ਼ਰੂਰੀ ਹੈ। ਉਹਨਾਂ ਨੇ ਯਾਦ ਕੀਤਾ ਕਿਉਂਕਿ ਸਾਡੇ ਰਹਿਣ ਵਾਸਤੇ ਮਕਾਨ ਬਣਾਉਣ ਜਦੋਂ ਯਾਦ ਕਰ ਰਹੇ ਨੇ, ਬੇਨਤੀ ਕਰ ਰਹੇ ਨੇ, ਤੇ ਉਹ ਇੱਕ ਦਿਨ ਪ੍ਰਗਟ ਹੋ ਗਏ, ਆ ਗਏ। ਕਹਿਣ ਲੱਗੇ ਜੀ ਦੱਸੋ ਕਿਵੇਂ ਯਾਦ ਕੀਤਾ? ਕਹਿਣ ਲੱਗੇ ਸਾਡੇ ਰਹਿਣ ਵਾਸਤੇ ਵੀ ਇੱਕ ਪੁਰੀ ਬਣਾਓ, ਭਵਨ ਬਣਾਓ, ਤਾਂ ਕਿ ਅਸੀਂ ਵੀ ਆਪਣੇ ਘਰ ਦੇ ਵਿੱਚ ਰਹੀਏ। ਮੇਰੀ ਤੇ ਕੋਈ ਇੱਛਾ ਨਹੀਂ ਸੀ, ਪਰ ਪਾਰਵਤੀ ਜੀ ਬਾਹਲਾ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬਣਾ ਦੇਂਗੇ। ਇੱਕ ਦੋ ਵਾਰੀ ਉਹਨਾਂ ਨੇ ਕਿਹਾ ਚਲੋ ਆ ਗਏ। ਉਹ ਕਹਿਣ ਲੱਗੇ ਸਾਨੂੰ ਨਕਸ਼ਾ ਦੱਸ ਦਿਓ ਜਿਸ ਤਰ੍ਹਾਂ ਦਾ ਤੁਸੀਂ
ਬਣਵਾਉਣਾ ਚਾਹੁੰਦੇ ਆ ਨਾ, ਉਸੇ ਤਰੀਕੇ ਦੇ ਨਾਲ ਬਣ ਜਾਵੇਗਾ। ਉਸ ਵੇਲੇ ਕਹਿੰਦੇ ਜਦੋਂ ਨਕਸ਼ਾ ਦੱਸਿਆ ਨਾ, ਨਕਸ਼ਾ ਦੱਸਦੇ ਨਾ ਕੀਤਾ, ਇਸ ਤਰ੍ਹਾਂ ਦੀ ਸਾਡੇ ਰਹਿਣ ਵਾਸਤੇ ਸਾਡਾ ਭਵਨ ਬਣਾਓ, ਸਾਡੀ ਪੂਰੀ ਬਣਾਓ। ਜਦੋਂ ਦੱਸ ਰਹੇ ਨੇ ਕਹਿੰਦੇ ਫੇਰ ਵੀ ਮੈਨੂੰ ਥੱਲੇ ਤੁਸੀਂ ਵਾਹ ਕੇ ਦੱਸ ਦਿਓ, ਮੈਂ ਉਸ ਤਰ੍ਹਾਂ ਦੀ ਬਣਾ ਲੈਂਦਾ। ਉਹ ਜਿਵੇਂ ਜਿਵੇਂ ਸ਼ਿਵ ਜੀ ਦੀ ਬਾਹ ਰਹੇ ਆ ਨਾ ਛਟੀ ਦੇ ਨਾਲ, ਕਹਿੰਦੇ ਥੱਲੇ ਨਕਸ਼ਾ ਬਾਹ ਰਹੇ ਨੇ, ਤੇ ਉਵੇਂ ਉਹ ਵੀ ਮਗਰ ਕਹਿੰਦੇ ਨੇ ਉਹ ਵੇਖ ਰਹੇ ਨੇ, ਤੇ ਕੁਦਰਤੀ ਤੌਰ ਤੇ ਉਹ ਉਸੇ ਤਰੀਕੇ ਦੇ ਨਾਲ ਉਹ ਬਣ ਰਹੀ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਅਕਾਲ। ਕਿਉਂਕਿ ਇਹ ਜਿਹੜੀਆਂ ਸ਼ਕਤੀਆਂ ਨੇ, ਇਹ ਰੱਬ ਨੇ, ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਦੇਖ ਕੇ ਸੰਸਾਰ ਦੇ ਵਿੱਚ ਭੇਜਣਾ ਕੀਤਾ ਹੈ। ਤੇ ਇਹ ਵੀ ਜ਼ਿਕਰ ਹੁੰਦਾ ਹੈ ਵੀ ਪੌੜੀ ਲੱਗਣ ਵਾਲੀ ਰਹਿ ਗਈ ਸੀ, ਤੇ ਉਹ ਰੋਹ ਵਿਚਾਰ ਕਹਿੰਦੇ ਨੇ ਉਹਨਾਂ ਨੇ ਲੰਕਾ ਬਣਾ ਦੇਣਾ ਕੀਤੀ ਹੈ। ਜਿਹੜੀ ਲੰਕਾ ਬਣੀ ਨਾ, ਨਿਗਾਹ ਦੇ ਨਾਲ ਹੀ, ਨਜ਼ਰ ਦੇ ਨਾਲ ਹੀ ਵਿੱਚ ਬਣਾ ਦੇਣਾ ਕੀਤੀ। ਉਚਾਰਨ ਕਰੋ ਸਤਿਨਾਮ ਸ੍ਰੀ ਅਕਾਲ। ਤੇ ਬਣਾਈ ਵੀ ਸੋਨੇ ਦੀ, ਸੋਨੇ ਦੀ ਲੰਕਾ, ਜਿਹੜੀ ਅੱਗੇ ਆ ਕੇ ਰਾਵਣ ਦੇ ਕੋਲੇ ਹੁੰਦੀ ਹੈ। ਪੜਿਓ ਸਾਰੇ, ਆਪਣੀ ਰਸਨਾ ਜ਼ਰੂਰ ਕਰੋ। ਉਹ ਪਈਏ ਬਣਾਈ ਲੰਕਾ, ਇੱਕ ਵਾਰੀ ਨਿਗਾਹ ਮਾਰ, ਆਪਣੇ ਪਿਆਰਿਆਂ ਵਾਸਤੇ ਕੁਝ ਵੀ ਕਰ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ, ਤੇ ਇਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਸ਼ਕਤੀਆਂ ਦੇ ਕਰਕੇ ਸੰਸਾਰ ਦੇ ਵਿੱਚ ਭੇਜਣਾ ਕੀਤਾ। ਇੱਕ ਸ਼ਬਦ ਆਉਂਦਾ ਨਾ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ ਸ਼ਬਦ ਕਿ ਭਗਤ ਨਾਮਦੇਵ ਜੀ, ਉਹਨਾਂ ਨੇ ਆਪਣੇ ਰਹਿਣ ਵਾਸਤੇ ਨਾ ਛੰਨ ਬਣਾਉਣੀ ਚਾਹੀਦੀ। ਸਰਕੜਾ ਵੱਢਣ ਚਲੇ ਗਏ ਸੁਬਹ ਸੁਬਹ, ਤੇ ਉਹਦੇ ਚੋਂ ਪਾਣੀ ਨਿਕਲ ਆਇਆ, ਤੇ ਉੱਥੇ ਦਾਤੀ ਧਰ ਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਜਾਲ ਦੇ ਵਿੱਚ ਜੁੜ ਗਏ। ਉਹਦੇ ਚੋਂ ਪਾਣੀ ਨਿਕਲ ਆਇਆ, ਭਾਵਨਾ ਸੀ। ਕਹਿੰਦੇ ਨੇ
ਉੱਥੇ ਹੀ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਵਿਰਾਗ ਦੇ ਵਿੱਚ ਆ ਕੇ ਹੁਣ ਰੱਬ ਦੇ ਪਿਆਰੇ ਨੂੰ ਲੋੜ ਸੀ ਇਹ ਚੀਜ਼ ਦੀ। ਜਦੋਂ ਲੋੜ ਸੀ ਤੇ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜੇ, ਅਜੇ ਉੱਥੋਂ ਸਰਕੜਾ ਵੱਢ ਕੇ ਘਰ ਦੇ ਵਿੱਚ ਲੈ ਕੇ ਜਾਣਾ ਸੀ, ਪਰ ਕਹਿੰਦੇ ਨੇ ਰੱਬ ਨੇ ਆਪਣੇ ਪਿਆਰੇ ਵਾਸਤੇ ਛੰਨ ਬਣਾ ਦੇਣਾ। ਕੀਤੀ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਭਾਈ ਗੁਰਦਾਸ ਸਾਹਿਬ ਜੀ ਦਾ ਆਪਾਂ ਪਵਿੱਤਰ ਸ਼ਬਦ ਪੜ੍ਹਦੇ ਹਾਂ। ਭਗਤ ਨਾਮਦੇਵ ਦੀ ਛਪਰੀ ਰੱਬ ਜੀ ਨੇ, ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਬਣਾਉਣਾ ਕੀਤੀ। ਇਹੋ ਜਿਹੀ ਛਪਰੀ ਬਣਾਈ। ਕਹਿੰਦੇ ਨੇ ਭਗਤ ਨਾਮਦੇਵ ਜੀ ਨੂੰ ਗੁਆਂਢਣ ਪੁੱਛਣ ਲੱਗ ਪਏ ਕਿ ਇੰਨੀ ਸੁੰਦਰ, ਇੰਨੀ ਸੋਹਣੀ ਇਹ ਜਿਹੜੀ ਰਹਿਣ ਵਾਸਤੇ ਛਪਰੀ ਬਣਾਈ ਹੈ, ਕਿਹਨੇ ਬਣਾਉਣਾ ਕੀਤੀ ਹੈ? ਕਹਿਣ ਲੱਗੀ ਕੋ ਪੈ ਦੁਗਣੀ ਮਜ਼ਦੂਰੀ ਦੇਹੋ, ਮੋਕੋ ਬੇਟੀ ਦੇਹੋ ਬਤਾਈ ਹੋ। ਬੇਟੀ ਬਣਾਉਣ ਵਾਲਾ ਮਿਸਤਰੀ ਕਹਿਣ ਲੱਗੀ ਮੈਨੂੰ ਜਿਹੜਾ ਮਿਸਤਰੀ ਹੈ ਜਿਹਦੇ ਤੋਂ ਤੁਸੀਂ ਇਹ ਬਣਵਾਈ ਹੈ ਨਾ, ਇਹ ਮੈਨੂੰ ਦੱਸ ਦਿਓ। ਤੇ ਭਗਤ ਰਾਮਦੇਵ ਜੀ ਨੇ ਫਿਰ ਜਵਾਬ ਪਤਾ ਕੀ ਦਿੱਤਾ? ਦੇਖੋ ਪਰਮੇਸ਼ਰ ਨੂੰ ਕੀ ਲੱਗਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਰਹਿਮਤ ਕਰ ਦਿੱਤੀ, ਫੁਰਨੇ ਦੇ ਵਿੱਚ ਹੀ ਉਹ ਸਭ ਕੁਝ ਬਣਾ ਦੇਣਾ ਕੀਤਾ। ਭਗਤ ਨਾਮਦੇਵ ਜੀ ਕਹਿੰਦੇ ਆ ਤੇਰੇ ਵਾਲੇ ਪੈਸਿਆਂ ਨਾਲ ਨਹੀਂ ਹੋਣਾ, ਬੇਟੀ ਪ੍ਰੀਤ ਮਜ਼ਦੂਰੀ ਮੰਗੇ ਜੋ ਕੋ ਸ਼ਾਨ ਸੁਭਾਵੇ। ਜੇ ਕਹਿੰਦੇ ਕਿਸੇ ਨੇ ਛੰਨ ਬਣਵਾਉਣੀ ਹੈ ਨਾ, ਉਹ ਪ੍ਰੀਤ ਦੀ ਮਜ਼ਦੂਰੀ ਮੰਗਦਾ, ਭਾਵ ਪ੍ਰੇਮ ਮੰਗਦਾ, ਪ੍ਰੇਮ ਦੀ ਮਜ਼ਦੂਰੀ ਮੰਗਦਾ, ਫਿਰ ਉਹ ਆ ਜਾਂਦਾ। ਜਿਹੜਾ ਪ੍ਰੇਮ ਦੇ ਨਾਲ ਯਾਦ ਕਰੇ ਤੇ ਉਹ ਉਹਦਾ ਘਰ ਵੀ ਬਣਾ ਦਿੰਦਾ, ਸਭ ਕੁਝ ਬਣਾ ਦਿੰਦਾ ਪਰਮੇਸ਼ਰ ਵਾਹਿਗੁਰੂ ਜੀ। ਤੋ ਰਹੂ ਵਿਚਾਰ ਕਹਿਣ ਤੋਂ ਮੁਰਾਦ ਪਰਮੇਸ਼ਰ ਕੁਝ ਵੀ ਕਰ ਸਕਦਾ ਹੈ। ਤੇ ਜਿਨ੍ਹਾਂ ਦੇਵਤਿਆਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਦਾਤਾਂ ਦਿੱਤੀਆਂ ਨੇ, ਉਹ ਸੰਸਾਰ ਦੇ ਵਿੱਚ ਰੱਬ ਦੇ ਹੁਕਮ ਦੇ ਵਿੱਚ ਉਹ ਬਣਾ ਸਕਦੇ। ਜਦੋਂ ਲੰਕਾ ਬਣ ਕੇ ਤਿਆਰ ਹੋ ਗਈ, ਕਹਿਣ ਲੱਗੀ ਦੇਖੋ ਹੁਣ ਆਪਣਾ ਘਰ ਤੇ ਬਣ ਗਿਆ, ਹੁਣ ਆਪਾਂ ਘਰ ਦੇ ਵਿੱਚ ਜਗ ਵੀ ਕਰੀਏ, ਹੋਰ ਭੈਣਾਂ ਭਰਾਵਾਂ ਦੇ ਚਰਨ ਵੀ ਪੈਣ, ਸੰਗਤ ਦੇ ਚਰਨ ਪੈਣ, ਕੋਈ ਜਗ ਅਮਨ ਹੋਵੇਗਾ ਤੇ ਉੱਥੇ ਬਾਕੀ ਭੈਣ ਭਰਾ ਵੀ ਆਉਣਗੇ, ਸੰਗਤ ਦੇ ਰੂਪ ਦੇ ਵਿੱਚ ਚਰਨ ਪਾਏ ਜਾਣਗੇ। ਕੁਦਰਤੀ ਤੌਰ ਤੇ ਹੁੰਦਾ ਜਦੋਂ ਨਵਾਂ ਮਕਾਨ ਬਣਾਵੇ ਤੇ ਆਪਾਂ ਰਿਸ਼ਤੇਦਾਰ ਭੈਣਾਂ ਭਰਾਵਾਂ ਨੂੰ, ਸੱਜਣਾ ਦੋਸਤਾਂ ਨੂੰ ਸੱਦਦੇ ਹਾਂ। ਉਹ ਕਹਿਣ ਲੱਗੇ ਵੀ ਠੀਕ ਹੈ ਚਲੋ ਆਪਾਂ ਜਗ ਕਰ ਦਿੰਦੇ ਹਾਂ, ਕੋਈ ਪ੍ਰਸ਼ਾਦਾ ਪਾਣੀ ਸੰਗਤ ਦੇ ਚਰਨ ਪੈਣਗੇ, ਪਵਿੱਤਰ ਹੋ ਜਾਵੇਗਾ ਘਰ ਆ ਜਿਹੜਾ। ਉਹਨਾਂ ਨੇ ਦੇਵੀ ਦੇਵਤਿਆਂ ਨੂੰ ਬੁਲਾਉਣਾ ਸੀ। ਜਿਸ ਵੇਲੇ ਬੁਲਾਉਣਾ ਕੀਤੇ, ਕਹਿਣ ਲੱਗੀ ਇੱਕ ਬ੍ਰਾਹਮਣ ਹੈ, ਉਹ ਜਗ ਕਰਨਗੇ, ਉਹਨਾਂ ਨੂੰ ਵੀ ਬੁਲਾਇਆ ਜਾਵੇ। ਉਹਦਾ ਨਾਮ ਵਸਰਵਾ ਲਿਖੀ ਹੁੰਦਾ ਹੈ। ਕਹਿਣ ਲੱਗੀ ਜੀ ਜਗ ਉਹਨਾਂ ਤੋਂ ਕਰਾਉਣਾ ਤੇ ਸ਼ਿਵ ਜੀ ਦੀ ਜਾਣਦੇ। ਕਹਿਣ ਲੱਗੇ ਜੇ ਉਸ ਬ੍ਰਾਹਮਣ ਨੂੰ ਬੁਲਾ ਲੈਣਾ ਕੀਤਾ ਤੇ ਉਹ ਠੀਕ ਨਹੀਂ ਹੈ, ਬਾਕੀ ਹੋਰ ਵੀ ਬ੍ਰਾਹਮਣ ਆਪਾਂ ਉਹਨੂੰ ਬੁਲਾ ਲੈਣੇ। ਚਲੋ ਵਸਰਵਾ ਲਿਖੀ ਹੈ ਜਿਹੜਾ, ਇਹਨੂੰ ਨਹੀਂ ਬੁਲਾਉਂਦੇ। ਕਹਿਣ ਲੱਗੀ ਨਹੀਂ, ਉਹ ਵਧੀਆ ਜਗ ਦੀ, ਉਹ ਮੰਤਰ ਵਧੀਆ ਪੜ੍ਹਦੇ ਨੇ, ਸਭ ਕੁਝ ਵਧੀਆ ਕਰਦੇ ਨੇ, ਉਹਨਾਂ ਨੂੰ ਬੁਲਾਈਏ। ਕਹਿਣ ਲੱਗੇ ਠੀਕ ਹੈ ਫਿਰ ਬੁਲਾਓ। ਸੱਦਾ ਪੱਤਰ ਉਹਦੇ ਕੋਲੇ ਵੀ ਭੇਜਿਆ ਗਿਆ। ਜਿਸ ਵੇਲੇ ਉਹ ਇਹ ਰਾਵਣ ਦੇ ਦਾਦਾ ਜੀ ਸਨ, ਕਹਿਣ ਲੱਗੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਭੋਜਨ ਛਕਾਇਆ ਗਿਆ, ਭੋਜਨ ਛਕਾਉਣ ਤੋਂ ਉਪਰੰਤ ਕਹਿਣ ਲੱਗੇ ਜੀ ਤੁਹਾਡੀ ਦਾਨ ਦਸ਼ਨਾ ਕੀ ਹੈ? ਕਹਿਣ ਲੱਗੇ ਵੀ ਜੋ ਤੁਹਾਡੀ ਇੱਛਾ ਉਹ ਤੁਸੀਂ ਦਾਨ ਦਸ਼ਨਾ ਦੇ ਦਿਓ। ਪ੍ਰਸ਼ਾਦੇ ਤੋਂ ਉਪਰੰਤ ਖੁਸ਼ ਕਰਨ ਵਾਸਤੇ ਵੀ ਚਲੋ ਕੁਦਰਤੀ ਤੌਰ ਤੇ ਹੁੰਦਾ ਹੈ ਵੀ ਪ੍ਰਸ਼ਾਦਾ ਛਕਾਇਆ ਵੀ ਆਪਾਂ ਕੋਈ ਨਾ ਕੋਈ ਦਾਨ ਦਿੱਤਾ ਜਾਵੇ, ਚੰਗਾ ਕੰਮ ਹੋ ਰਿਹਾ, ਨਵਾਂ ਮਕਾਨ ਬਣਾਇਆ, ਦਾਨ ਦਿੱਤਾ। ਕਹਿਣ ਲੱਗੀ ਜੀ ਦਾਨ ਦਸ਼ਨਾ ਦੱਸੋ। ਪਾਰਵਤੀ ਕਹਿਣ ਲੱਗੇ ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀ ਵੈਸੇ ਤਾਂ ਮਰਜ਼ੀ ਹੈ, ਨਹੀਂ ਤੁਸੀਂ ਮੰਗੋ। ਜੇ ਕਹਿਣ ਲੱਗੇ ਮੰਗਣ ਦੀ ਗੱਲ ਕਰਦੇ ਹੋ ਤਾਂ ਫਿਰ ਇਉਂ ਕਰੋ ਵੀ ਲੰਕਾ ਹੀ ਮੈਨੂੰ ਦੇ ਦਿਓ, ਇਹੋ ਮੈਨੂੰ ਵਧੀਆ ਲੱਗਦੀ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਿਵ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਉਹਨੇ ਵੀ ਆਪਣਾ ਮੂੰਹ ਪਾਰਵਤੀ ਦੇ ਥੱਲੇ ਨੂੰ ਲਟਕਾ ਲਿਆ।
शिव जी कहने लगे चक नूर चल गए, फिर आप शमशान घाट के उच्चारण करो सतनाम श्री वाहिगुरू। तरसूल डमरू जगिया ते ओही फिर शमशान घाट, क्योंकि जो उन्होंने वचन हो गया ते ਉਹ ਘਰ ही लंका ही उन्होंने दे देना की। देखो लंका का जिक्र धन श्री गुरु ग्रंथ साहिब जी के बहुत बारी होता। लंका अगर सोने का भैया मूर्ख इथे विश्राम, मूर्ख रावण क्या ले गया। असल ਦੇ ਵਿੱਚ ਸਾਨੂੰ ਮੂਰਖ ਬਹੁਤ ਹੈ। ਮੂਰਖਾ ਦੇਖ ਰਾਵਣ ਕੀ ਲੈ ਗਿਆ। ਤੂੰ ਇੱਥੇ ਪਰਿਵਾਰ ਵਿੱਚ ਕਾਰੋਬਾਰ ਦੇ ਵਿੱਚ ਜਾਇਦਾਦ ਦੇ ਵਿੱਚ ਲੱਗਿਆ ਹੋਇਆ ਹੈ, परमेश्वर वाहिगुरु जी याद ही नहीं करता। वो याद करा कर परमेश्वर वाहिगुरु जी भई प्राप्त मानव देवरिया गोविंद मिल के तेरी बरिया अवर काज तेरे किते ना काम साध संगत भज, केवल नाम परमेश्वर का भजन करया कर ताकि तेरा पार उतारा हो जाए। ते सतगुरु सच्चे पातशाह महाराज जी ने सवैये पढ़ी है। 10वें पातशाह महाराज जी ने आपस सवेरे नित्य दे विच पढ़दे हैं, ਉਹਦੇ ਵਿੱਚ ਵੀ ਜ਼ਿਕਰ ਹੁੰਦਾ ਹੈ। 10 ਗ੍ਰੰਥ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ। ਲੰਕਾ ਗੜ ਸੁਣੇ ਕੱਪੇ ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਨੇ ਸੋਨੇ ਦਾ ਇਹੋ ਜਿਹਾ ਮੰਦਰ, ਇਹੋ ਜਿਹਾ ਘਰ ਬਣਾਇਆ ਗਿਆ। ਕਹਿਣ ਲੱਗੇ शिव जी जी फिर अपनी जगह पे शमशान घाट दे विच आ गए। देखो ਜਿਹੜੀ ਇਹ ਨਜ਼ਰ, ਇਹ ਜਿਹੜੀ ਕਲਾ ਦਿੱਤੀ, 4 ਵੇਦ ਕੁਦਰਤ ਨੇ ਦਿੱਤੇ ਦਾ ਬ੍ਰਹਮਾ ਜੀ ਨੇ ਉਚਾਰਨ ਕੀਤੇ ਤੇ 4 ਸਥਾਪਿਤ ਵੇਦ ਹੁੰਦੇ। ਸਥਾਪਿਤ ਵੇਦ ਇੱਕ ਵੇਦ ਕਹਿੰਦੇ ਨੇ ਵਿਸ਼ਵਕਰਮਾ ਜੀ ਨੇ ਉਚਾਰਨ ਕੀਤਾ ਹੈ, ਜਿਹਦੇ ਵਿੱਚ ਸਥਾਪਿਤ ਵੇਦ ਦੇ ਵਿੱਚ ਕਲਾ ਦੱਸੀ ਹੈ। ਭਾਵਨ ਬਣਾਉਣੇ, ਮੂਰਤੀਆਂ ਘੜਨੀਆਂ, सोने की घाट किवें करनी है, उस सथापत वेद दे विच दस्सिया। ਇਹ ਵੀ 4 है, जिवें एक मुख मंत्री हुंदे, एक उप मुख मंत्री हुंदे, 4 सथापत वेद। शिल्प कला ਉਹਦੇ ਵਿੱਚ ਦਸੀ है। विश्वकर्मा जी ने ਇਹ उच्चारण ਕੀਤਾ है कि किवें किस तरीके दे नाल भवन बनाउने है, सोना कढ़दा है, मूर्तियां कढ़दियां, पत्थर दे विचों फालतू पत्थर ला के पत्थर की मूर्ति दे विचों ही मूर्ति कर दी जाती है। मेरे को समा भी बाबा जी का हुक्म आ गया, 5-7 मिनटों के समाप्ति कर देनी है। कहते ने फालतू पत्थर ला तो विचों ही मूर्ति कर दी। ये कला उन्होंने द्वारकापुरी बनाई कृष्ण जी वास्ते, इस करके वख-वख कहते हैं जिवें त्रिशूल बना के दिता, श्री कृष्ण जी को चक्कर बना के दिता। ये भी वख-वख जिहड़ियां कलावां ने ना, ये कहते हैं विश्वकर्मा जी दी देना। एक शब्द होता है गुरु ग्रंथ साहिब जी दे नृप कन्या के कारण एक भया भेग धारी कामा रथी स्वार्थी वाकी पै सवारी तब उन कहा जगत पुर जो कर्म न नस सिख संग करते जाइए जो जम्बो ग्रासे एक बूंद जल कारने चातुर को दुख पावे प्राण के सागर मिले पुन काम न आवे प्राण जो थाके फिर नहीं कैसे बिरमावो बूढ़ हुए नौका मिले को सारी चढ़ावो मैं नहीं कछ हो नहीं किस आही न बोरा अवसर विद्या राख ले हो सदना जन तोरा भगत सदना जी ने उच्चारण किया है। ये भी कहते हैं एक राजे की लड़की ने परण किया सी मैं चतरपुरी दे नाल विआह करना, कहते हैं जेड़ा ओनू उड़न पटोला बना के दिता सी, ये भी विश्वकर्मा जी ने बना के दिता सी। वख-वख उन्होंने साडे वास्ते जी सानू किरत दसी है भी इस तरह किरत करो तो तुहाडा गुजारा जिहड़ा बहुत सोहना बहुत सुंदर चलेगा। वक्री गल है, किते ना किते सिफत की गल होंदी है, किते ना किते सिफती जी ने उन्होंने सो इस तरह का कोई श्राप भी दे देना किया कि तुहाडे परिवार के बच्चे इस तरह रहणगे। पर अज के समय दे विच असीं जदों देखते हैं जिहड़ा वधिया किरत करदा महाराज जी किरपा है। अगे जाके ये गुरु घर दे विच जदों जन्म हुंदा है ना, गुरु नानक सच्चे पातशाह महाराज जी जदों घरों जाते हैं सुल्तानपुर साहिब दे विचों ते किहदे कोल जाते हैं, सब तो पहला जे किते जाते हैं भाई लालो जी दे कोल जाते हैं। ते वो की कर रहा सी उस वेले, वो लंगर कर रहा सी भाई लालो जी। मलक भागो ने एक पासे ढंढोरा फेड़िया होया है भी मैं लंगर बनाउणा है,
ਮਾਂ ਪੁੰਦਿਆਂ ਦਾ ਲੰਗਰ ਹੈ, ਖੀਰਾਂ ਨੇ, ਬਦਾਮਾਂ ਵਾਲੀ ਸਭ ਕੁਝ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਹਦੇ ਕੋਲੇ ਜਾਂਦੇ ਨੇ? ਕਿਰਤੀ ਕੋਲੇ। ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਤਾਂ ਕਿਰਤੀ ਭਾਈ ਲਾਲੋ ਜੀ ਦੇ ਕੋਲ, ਤੇ ਉਹਨਾਂ ਦੇ ਪ੍ਰਸਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ ਕਿ ਕੂੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ ਜੀ ਦਾ ਨਾਮ ਹੁੰਦਾ ਗੁਰੂ ਘਰ ਦੇ ਵਿੱਚ। ਇੱਥੋਂ ਜਿਹੜਾ ਨਾਤਾ ਇਹਨਾਂ ਦਾ ਜੁੜਦਾ ਹੈ, ਭਾਵੇਂ ਗੁਰੂ ਸਾਹਿਬ ਜੀ ਦਾ ਵੀ ਮਿਸ਼ਨ ਕਿਰਤ ਕਰਨਾ, ਕਿਰਤ ਕਰੋ ਨਾਮ ਜਪੋ ਬਣ। ਜਿਹੜਾ ਕਿਰਤ ਕਰਦਾ ਨਾ ਦਸਾਂ ਨਾਮਾਂ ਦੀ, ਉਹ ਭੁੱਖਾ ਨਹੀਂ ਮਰਦਾ, ਤੇ ਜਿਹੜਾ ਹੱਥ ਤੇ ਹੱਥ ਕਰਕੇ ਬੈਠਾ ਰਵੇ ਉਹਦੇ ਫਿਰ ਭੁੱਖੇ ਮਰੇਗਾ। ਇਸ ਕਰਕੇ ਉਹ ਕਿਰਤ ਅੱਜ ਦੇ ਸਮੇਂ ਦੇ ਵਿੱਚ ਇਲੈਕਟ੍ਰੋਨਿਕ ਜਿਹੜੀਆਂ ਮਸ਼ੀਨਾਂ ਆ ਗਈਆਂ ਨੇ, ਜਹਾਜ਼ ਉਹਦੇ ਵੇਖ ਰਹੇ ਆ ਆਕਾਸ਼ ਦੇ ਵਿੱਚ, ਕੀੜੀ ਤੋਂ ਲੈ ਕੇ ਸੂਈ ਤੋਂ ਲੈ ਕੇ ਪੱਗ ਬਿੰਨ ਤੋਂ ਲੈ ਕੇ ਜਦੋਂ ਉੱਪਰ ਤੱਕ ਅਸੀਂ ਦੇਖਦੇ ਹਾਂ, ਇਹ ਸਾਰੀ ਕਿਰਤੀਆਂ ਦੀ ਕਿਰਤ ਤੇ ਦਾਨ ਪਰਮੇਸ਼ਰ ਵਾਹਿਗੁਰੂ ਜੀ ਦੇ ਰਾਹੀਂ ਵਿਸ਼ਵਕਰਮਾ ਜੀ ਨੇ ਸਾਨੂੰ ਦਿੱਤਾ ਹੈ। ਭਾਵੇਂ ਕਿਉਂਕਿ ਉਹ ਕਿਰਤ ਤਾਂ ਪਹਿਲੇ ਚੱਲ ਰਹੀ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਿਲੇ ਵੇ ਜੱਸਾ ਸਿੰਘ ਰਾਮਗੜੀਆ। ਗੁਰੂ ਘਰ ਦੇ ਵਿੱਚ ਜਿਵੇਂ ਜਿਵੇਂ ਇਹਨਾਂ ਦਾ ਆਗਮਨ ਹੁੰਦਾ, ਜਿੱਥੋਂ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਬਣਦਾ ਹੈ, ਸੋ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਾਮ ਕੌਣੀ ਦਾ ਜਿਹੜਾ ਕਿਲਾ ਜਿੱਤਿਆ, ਉਹ ਉਪਰੰਤ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਬੇਅੰਤ ਸੇਵਾ ਕੀਤੀ। ਅੱਜ ਵੀ ਬੇਅੰਤ ਮਹਾਂਪੁਰਸ਼ ਨੇ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਰਾਹੀਂ ਗੁਰੂ ਘਰ ਦੇ ਨਾਲ ਨਾਤਾ ਜੁੜਿਆ। ਸੋ ਬਾਬਾ ਆਨੰਦ ਸਿੰਘ ਜੀ ਔਰ ਲੋਕੋਂ ਵਾਲੇ ਸੰਤ ਬੇਅੰਤ ਮਹਾਂਪੁਰਸ਼ ਹੈ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਨੇ। ਪਰ ਜਿਹੜਾ ਵਿਸ਼ਵਕਰਮਾ ਜੀ ਦਾ ਸੰਸਾਰ ਦੇ ਵਿੱਚ ਹੋਣਾ, ਉਹਨਾਂ ਦੀ ਕਲਾ ਦੱਸਣੀ, ਇਹ ਹਿੰਦੂ ਧਰਮ ਦੇ ਰਾਹੀਂ, ਕਿਉਂਕਿ ਪ੍ਰਾਤਨ ਜਿਹੜੇ ਦੇਵੀ ਦੇਵਤੇ ਹੋਏ ਨੇ ਹਿੰਦੂ ਧਰਮ ਦੇ ਰਾਹੀਂ ਆਪਾਂ ਵੇਖਦੇ ਹਾਂ, ਵਾਲਮੀਕ ਜੀ ਔਰ ਇਸੇ ਤਰੀਕੇ ਦੇ ਨਾਲ ਭਗਤ ਰਾਮਦਾਸ ਜੀ, ਨਾਮਦੇਵ ਜੀ, ਇਹਨਾਂ ਦਾ ਜੁੜਨਾ ਪਰਮੇਸ਼ਰ ਦੇ ਨਾਲ, ਤੇ ਇਹ ਮੰਨਿਆ ਜਾਂਦਾ ਭਾਵੇਂ ਨਾਲ ਸ਼ੂਦਰ ਮੰਨਿਆ ਗਿਆ ਸੀ, ਹਰੀ ਦੀ ਭਗਤੀ ਕੀਤੀ, ਵਾਹਿਗੁਰੂ ਦੀ ਬੰਦਗੀ ਕੀਤੀ। ਆਓ ਗੁਰੂ ਪਿਆਰਿਓ, ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ ਤੇ ਗੁਰੂ ਘਰ ਦਾ ਜਿਹੜਾ ਨਾਤਾ ਹੈ, ਭਾਈ ਲਾਲੋ ਜੀ ਅਤੇ ਹੋਰ ਬੇਅੰਤ ਗੁਰਸਿੱਖ ਪਿਆਰੇ, ਕਿਉਂਕਿ ਇੱਥੇ ਇਹਨਾਂ ਨੂੰ ਪ੍ਰਚਾਰਕ ਥਾਪਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰੂ ਸਾਹਿਬ ਜੀ ਨੇ ਪਰਸਪਰ ਵਿਚਾਰ ਕੀਤੀ, ਉਹਦੇ ਨਾਲ ਭਾਈ ਲਾਲੋ ਜੀ ਦੇ ਨਾਲ ਛਾਤੀ ਦੇ ਨਾਲ ਲਾਇਆ। ਜਦੋਂ ਘਰ ਦੇ ਵਿੱਚ ਗਏ ਨਾ, ਕੁੰਡਾ ਖੜਕਾਇਆ, ਕਹਿਣ ਲੱਗੇ ਕੌਣ ਹੈ? ਭਾਈ ਮਰਦਾਨਾ ਜੀ ਨੇ ਦੱਸਿਆ ਜਗਤ ਗੁਰੂ ਨਾਨਕ ਸਾਹਿਬ ਜੀ ਆਏ ਨੇ। ਕੁੰਡਾ ਖੋਲਿਆ ਤੇ ਗੁਰੂ ਸਾਹਿਬ ਜੀ ਨੇ ਨਾਂ ਲੈ ਕੇ ਉਹਨੂੰ ਛਾਤੀ ਦੇ ਨਾਲ ਲਾਇਆ। ਉਚਾਰਨ ਕਰੋ ਸਤਿਨਾਮ ਸ੍ਰੀ ਅਕਾਲ। ਛਾਤੀ ਦੇ ਨਾਲ ਲਾ ਕੇ ਉਹਨੂੰ ਬੜਾ ਪ੍ਰੇਮ ਕੀਤਾ, ਸਮਝਾਇਆ। ਮਾਲਕ ਭਾਗੋਂ ਨੇ ਜੋਰ ਲਾ ਲਿਆ, ਗੁਰੂ ਸਾਹਿਬ ਜੀ ਨਹੀਂ ਗਏ, ਤੇ ਜੇ ਗਏ, ਦੇਖੋ ਇਹਨਾਂ ਕੋਲੇ ਰੋਜ਼ਾਨਾ ਪ੍ਰਸ਼ਾਦਾ ਛਕਦੇ ਸਨ, ਕਿੱਥੇ ਸਨ। ਸੋ ਕੋਦਰੇ ਦੀ ਰੋਟੀ ਇਹਦੀ ਚੰਗੀ, ਕਿਉਂਕਿ ਦਸਾਂ ਨੌਹਾਂ ਦੀ ਕਿਰਤ ਸੀ। ਮਾਲਕ ਭਾਗੋ ਜੀ ਨੇ ਜੇ ਕਿਤੇ ਜ਼ੋਰ ਲਾ ਕੇ ਗੁਰੂ ਸਾਹਿਬ ਜੀ ਨੂੰ ਬੁਲਾਇਆ ਤੇ ਉਹਦਾ ਪ੍ਰਸ਼ਾਦਾ ਜਾਂ ਖੀਰ ਪੂੜੇ ਛਕਣ ਨਹੀਂ ਸੀ ਗਏ, ਉਹਦੇ ਬਾਰੇ ਦੱਸਣ ਗਏ ਸੀ ਵੀ ਆਹ ਦੇਖ ਅਸੀਂ ਤਾਂ ਨਹੀਂ ਸੀ ਛਕਦੇ, ਲੋਕਾਂ ਦਾ ਖੂਨ ਹੈ ਤੇਰੇ ਪੂੜਿਆਂ ਦੇ, ਲੋਕਾਂ ਦੀ ਜਿਹੜੀ ਕਿਰਤ ਲੁੱਟੀ ਹੋਈ ਹੈ, ਉਹਨਾਂ ਦਾ ਹੱਕ ਮਾਰਿਆ ਹੋਇਆ ਹੈ, ਤਾਂ ਅਸੀਂ ਨਹੀਂ ਛਕਦੇ। ਉਹ ਦੱਸਣ ਗਏ ਸੀ ਲੋਕਾਂ ਦੇ ਵਿੱਚ ਵੀ ਆਹ ਦੇਖ। ਫਿਰ ਉਹ ਚਰਨੀ ਡਿੱਗਿਆ। ਵੱਖਰੀ ਗੱਲ ਹੈ, ਮਾਲਕ ਭਾਗੋ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਬਣਿਆ। ਤੋ ਗੁਰੂ ਪਿਆਰ ਵਾਲਿਓ, ਬੇਅੰਤ ਗੁਰੂ ਸਾਹਿਬ ਜੀ ਨੂੰ ਸ਼ਾਸਤਰ ਬਣਾ ਕੇ ਦੇਣੇ। ਸੋ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਜੀ ਤੀਰ ਕਮਾਨ ਜੋ ਕੁਝ ਵੀ ਗੁਰੂ ਘਰ ਦੇ ਵਿੱਚ ਕਿਰਪਾਨਾਂ ਬਖਸ਼ੇ ਆਪਾਂ ਦੇਖਦੇ ਹਾਂ, ਇਹ ਵਿਸ਼ਵਕਰਮਾ ਜੀ, ਇਹਨਾਂ ਦੀ ਹੋਈ ਵੱਖ-ਵੱਖ 5 ਨਾਵਾਂ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ। ਪ੍ਰਜਾਪਤੀ ਜਾਂ ਇਸੇ ਤਰੀਕੇ ਦੇ ਨਾਲ ਵੱਖ-ਵੱਖ ਇਹਨਾਂ ਦੇ ਨਾਂ ਹੈ ਜਿਹੜੇ ਕਿ ਲਏ ਜਾਂਦੇ ਨੇ। ਸਮਾਂ ਮੇਰੇ ਕੋਲ ਹੈ ਨਹੀਂ, ਕਿਤੇ ਸਮਾਂ ਬਣਿਆ ਆਪਾਂ ਫੇਰ ਵਿਚਾਰ ਕਰਾਂਗੇ। ਸੋ ਇਹਨਾਂ ਦਾ ਇਤਿਹਾਸ ਬਹੁਤ ਨਿਵੇਰਾ। ਆਓ ਗੁਰੂ ਸਾਹਿਬ ਜੀ ਦੇ ਨਾਲ ਆਪਾਂ ਜੁੜੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਆਪਾਂ ਜੁੜ ਗਏ, ਤੇ ਨਾਲ ਨਾਲ ਆਪਣੇ ਵਡੇਰਿਆਂ ਨੂੰ ਯਾਦ ਕਰਨ ਦੇ ਨਾਲ ਕਿਰਤ ਦੇ ਨਾਲ ਜੁੜ ਕੇ ਰਹਿਣਾ। ਆਪਾਂ ਜਦੋਂ ਕਿਰਤ ਕਰਾਂਗੇ ਸਾਡਾ ਜੀਵਨ ਵੀ ਸਫਲ ਹੋਵੇਗਾ, ਕਿਉਂਕਿ ਬਾਬੇ ਨਾਨਕ ਨੇ ਵੀ ਕਿਰਤ ਕੀਤੀ, ਹਲ ਵਾਹਿਆ। ਤੇ ਇਸੇ ਤਰੀਕੇ ਦੇ ਨਾਲ 12 ਸਾਲ ਸੁਲਤਾਨਪੁਰ ਸਾਹਿਬ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਕਿਰਤ ਨਿਭਾਈ, ਕਿਰਤੀਆਂ ਨੂੰ ਵੀ ਪ੍ਰੇਮ ਕੀਤਾ, ਕਿਰਤੀਆਂ ਕੋਲੇ ਗਏ ਆ। ਤੇ ਨਹੀਂ ਤੇ ਗੁਰੂ ਪਿਆਰ ਵਾਲੇ ਆਮ ਹੰਕਾਰੀਆਂ ਕੋਲੇ ਜਾਂਦੇ ਨੇ, ਪਰ ਰੱਬ ਨੇ
ਜਿੱਥੇ ਜਿੱਥੇ ਵੀ ਪੁਰਾਤਨ ਸਮੇਂ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿਰਤੀਆਂ ਤੋਂ, ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ, ਨਾਨਕ ਤਨ ਕਿਆ ਸੰਗ ਸਾਥ ਵੱਡਿਆਂ ਨੂੰ ਦੱਸਿਆ ਰੀਸ। ਸੋ ਆਪ ਸਾਰੀਆਂ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ, ਵਧਾਈਆਂ। ਔਰ ਆਪ ਬੜਭਾਗੀ ਨੂੰ ਜਿਨ੍ਹਾਂ ਨੇ ਆਪਣੇ ਪੁਰਖਿਆਂ ਨੂੰ ਯਾਦ ਕੀਤਾ, ਵਡੇਰਿਆਂ ਨੂੰ ਯਾਦ ਕੀਤਾ, ਨਾਲ ਜਸ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੀਤਾ ਆਪਾਂ, ਕਿਉਂਕਿ ਅਸੀਂ ਗੁਰੂ ਘਰ ਦੇ ਨਾਲ ਜੁੜ ਗਏ ਹਾਂ, ਭਾਈ ਲਾਲੋ ਜੀ ਤੋਂ ਲੈ ਕਰਕੇ ਅੱਗੇ ਦੇ ਅੱਗੇ। ਸੋ ਇਸ ਕਰਕੇ ਪਰ ਪੁਰਖਿਆਂ ਨੂੰ ਵੀ ਯਾਦ ਕਰਨਾ ਇਹ ਸਾਡਾ ਫਰਜ਼ ਬਣਦਾ। ਆਪ ਬੜਭਾਗੀ, ਬਹੁਤ ਧੰਨਵਾਦ ਆਪ ਜੀ ਦਾ। ਸੋ ਬੜੇ ਪ੍ਰੇਮ ਦੇ ਨਾਲ ਮਾਈਆਂ ਭਾਈਆਂ ਵੀਰ ਬਜ਼ੁਰਗਾਂ ਨੇ ਰਲ ਮਿਲ ਕੇ ਸੇਵਾ ਨਿਭਾਈ ਤੇ ਸਤਸੰਗ ਦੇ ਵਿੱਚ ਜੁੜੇ ਹੋਏ। ਸੋ ਆਪ ਜੀ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਗ੍ਰੰਥੀ ਸਿੰਘਾਂ ਦਾ ਧੰਨਵਾਦ, ਔਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਵੀ ਨਾਲ ਧੰਨਵਾਦ, ਜਿਨ੍ਹਾਂ ਨੇ ਸਹਿਯੋਗ ਦਿੱਤਾ, ਜੋ ਕਿ ਸੋ ਮਿਸਤਰੀ ਸਿੰਘਾਂ ਦੀ ਵਿਸ਼ੇਸ਼ ਤੌਰ ਤੇ ਕਮੇਟੀ ਬਣੀ ਹੋਈ ਹੈ। ਸਹਿਯੋਗ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕੀਤਾ। ਇਸ ਕਰਕੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ, ਕਿਉਂਕਿ ਕਿਸੇ ਵੀ ਉਪਰਾਲੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਉਪਰਾਲਾ ਕਰਨਾ ਜ਼ਰੂਰੀ ਹੈ। ਮੇਰੇ ਕੋਲ ਸਮਾਂ ਨਹੀਂ, ਇਤਿਹਾਸ ਬੜਾ ਲੰਬੇਰਾ ਹੈ, ਇਹਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਂ ਬਖਸ਼ਿਆ। ਸੋ ਗੁਰੂ ਘਰ ਦੇ ਵਜ਼ੀਰ ਬਾਬਾ ਅਵਤਾਰ ਸਿੰਘ ਜੀ, ਸੋ ਸਾਡੇ ਨਾਲ ਸਾਡੇ ਮਿੱਤਰ ਪਿਆਰੇ ਵੀ ਹੈ, ਔਰ ਗ੍ਰੰਥੀ ਸਭਾ ਦੇ ਵਿੱਚ ਵੀ ਜੁੜੇ ਹੋਏ ਹੈ। ਤੋ ਸਤਿਗੁਰੂ ਜੀ ਦੀ ਇਹਨਾਂ ਤੇ ਕਿਰਪਾ ਹੈ, ਬੜੇ ਪ੍ਰੇਮ ਦੇ ਨਾਲ ਗੁਰਬਾਣੀ ਪੜ੍ਹਦੇ ਤੇ ਆਪ ਸਿੱਖ ਸੰਗਤਾਂ ਨੂੰ ਜੋੜਨਾ ਕੀਤਾ ਹੈ। ਇਸ ਕਰਕੇ ਇਹਨਾਂ ਨੂੰ ਵੀ ਸੰਭਾਲ ਕੇ ਰੱਖੋ ਭਾਈ, ਇਹ ਗੁਰਬਾਣੀ ਦੇ ਨਾਲ ਜੋੜਨ ਵਾਲੀ ਰੂਹ ਹੈ। ਸਤਿਗੁਰੂ ਜੀ ਦੀ ਇਹਨਾਂ ਤੇ ਕਿਰਪਾ ਨਾਲ ਗ੍ਰੰਥੀ ਸਭਾ ਦੇ ਵਿੱਚ ਜੁੜੇ ਹੋਏ ਆ ਸਾਡੇ ਨਾਲ। ਸੋ ਆਓ ਮੈਂ ਇੱਕ ਧਾਰਨਾ ਪੜ੍ਹਨੀ ਹੈ, ਉਪਰੰਤ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ, ਕਿਉਂਕਿ ਸਿਆਰਾ ਹੋ ਕੇ ਤੇ ਆਪ ਵੀ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਧੰਨ ਭਾਗ ਆਪ ਜੀ ਦੇ, ਤੇ ਸੌਣ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ। ਸੋ ਤਕਰੀਬਨ ਸੌਣ ਵਧੀਆ ਆਪਾਂ ਨੂੰ, ਕਿਉਂਕਿ ਗੱਲਬਾਤ ਸੁਣੇ ਤਾਂ ਹੀ ਆ ਪ੍ਰੋਗਰਾਮ ਸਭ ਹੁੰਦੇ ਵੀ ਸੁਣਿਆ ਕੀ ਆ, ਇਤਿਹਾਸ ਕੀ ਹੈ, ਅੱਜ ਕਿਉਂ ਕਰਾਇਆ ਗਿਆ ਇਹ ਪ੍ਰੋਗਰਾਮ। ਪੜ੍ਹਿਓ ਸਾਰੇ। ਬੜਭਾਗੀ ਸਤ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਬੜਭਾਗੀ ਸਤ ਸੰਗਤ ਪਾਵੇ, ਵੱਡੇ ਭਾਗਾਂ ਵਾਲੀ ਸਤਸੰਗਤ ਦੇ ਵਿੱਚ ਆ ਕੇ ਜੁੜਦਾ ਹੈ। ਤੇ ਜਿਹੜਾ ਗੁਰੂ ਪਿਆਰ ਵਾਲਿਓ ਭਾਗਾਂ ਤੋਂ ਮਿਲਿਆ ਉਹਦਾ ਚੋਟਾਂ ਹੀ ਖਾਂਦਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ। ਤੋ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੇ ਪਰਸੋਂ ਰੋਜ਼ ਤੋਂ ਮਾਇਆ ਕਰਕੇ ਵੀ ਸੇਵਾ ਕੀਤੀ, ਹੱਥੀਂ ਵੀ ਸੇਵਾ ਕੀਤੀ। ਇਸੇ ਕਰਕੇ ਗੁਰੂ ਪਿਆਰੋ ਜੈ ਜੈਕਾਰ। हो रही है तेरी जय जय, हो रही है तेरी जय जय।
ਦਰਬਾਰ ਨਗਰ ਦੇ ਵਿੱਚ ਬਾਬਾ ਵਿਸ਼ਵਕਰਮਾ ਜੀ ਦੀ ਹੋ ਰਹੀ ਹੈ ਔਰ ਵਡਿਆਈ ਗੁਰੂ ਸਾਹਿਬ ਜੀ ਦੀ ਹੋ ਰਹੀ ਹੈ। ਆਓ ਬਿਆਨ ਭੁਲਾਨੀ ਖਿਮਾ ਕੀ ਵਾਸਤੇ ਮਿਹਰ ਕਰਨੀ ਸਾਰੀ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੇ ਭਾਈ ਅਨੰਦ ਸਾਹਿਬ ਜੀ ਦੇ ਪਾਠ ਦੇ ਵਿੱਚ ਆਪੋ ਆਪਣੀ ਰਸਨਾ ਪੂਰੀ ਕਰਨੀ ਹੈ ਜੀ। ਸਾਰਿਆਂ ਨੇ ਕਿਰਪਾ ਕਰਨੀ। ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। Thank you.